ਕਿਸਾਨਾਂ ਦੀ ਗੱਲ ਚੱਲ ਰਹੀ ਆ ਤਾਂ ਕਿਵੇਂ ਆਪਾਂ ਭੁੱਲ ਸਕਦੇ ਹੋ ਕਿਸਾਨਾਂ ਨੂੰ ਜਿਹੜੇ ਲਗਾਤਾਰ 100 ਦਿਨ ਤੋਂ ਵੱਧ ਜਿਹੜੇ ਉੱਥੇ ਬੈਠੇ ਨੇ ਦਿੱਲੀ ਦੇ ਗੋਹਾਂ ਤੇ। ਤੁਸੀਂ ਵੀ ਉੱਥੇ ਜਾ ਕੇ ਆਏ ਹੋ, ਤੁਸੀਂ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਬਾਰਡਰ ਤੇ ਵੀ ਗਏ ਸੀ। ਕੀ ਸਮਝਿਆ? ਇਹ ਬਿੱਲ ਤਾਂ ਸ਼ਾਇਦ ਬਹਾਨਾ ਸੀ ਜਿਹਦੇ ਕਰਕੇ ਕਿਸਾਨ ਜਾਗ ਗਿਆ, ਕਿਸਾਨ ਸੰਗਠਿਤ ਹੋ ਗਿਆ। ਇਸ ਤੋਂ ਬਾਅਦ ਤਾਂ ਹੁਣ ਖੇਤੀ ਦਾ ਮਾਡਲ ਔਰ ਖੇਤੀ ਦੇ ਮਾਡਲ ਦੇ ਨਾਲ ਖੁਰਾਕ ਦਾ ਮਾਡਲ ਉਹ ਬਦਲਣ ਦੀ ਗੱਲ ਹੈ, ਜਾਂ ਵਿਕਾਸ ਦਾ ਮਾਡਲ ਹੀ ਪੂਰਾ ਉਹਦੀ ਗੱਲ ਆਏਗੀ। ਖਰੀਦ ਯਕੀਨੀ ਬਣਾ ਕੇ ਰੱਖਦੇ ਤਾਂ ਕਿਸਾਨ ਅੱਜ ਜਿਹੜੇ ਕ੍ਰਾਈਸਿਸ ਆ ਕੇ ਫਸ ਗਿਆ ਕਿ ਉਹ ਕਰੰਟ ਝੋਨੇ ਸਾਈਕਲ 'ਚ ਆ ਕੇ ਫਸ ਗਿਆ, ਪੰਜਾਬ ਦਾ ਪਾਣੀ ਮੁੱਕ ਗਿਆ, ਪੰਜਾਬ ਦਾ ਪਾਣੀ ਜ਼ਹਿਰੀਲਾ ਹੋ ਗਿਆ, ਪੰਜਾਬ ਦੀ ਖੁਰਾਕ ਜ਼ਹਿਰੀਲੀ ਹੋ ਗਈ ਤੇ ਕਿਸਾਨ ਉਹ 'ਚ ਬਚ ਸਕਦਾ ਸੀ। ਇੱਕ ਟਿਊਬਲ ਫੇਲ ਹੋਇਆ, ਉਹਨੇ ਕਰਜ਼ਾ ਲੈ ਕੇ ਟਿਊਬਲ ਲਗਾਇਆ, ਦੂਜਾ ਟਿਊਬਲ ਵੀ 2 ਸਾਲ 'ਚ ਜਵਾਬ ਦੇ ਗਿਆ, ਪਾਣੀ ਹੋਰ ਥੱਲੇ ਚਲਾ ਗਿਆ। ਉਹਦੇ ਕਰਕੇ ਵੀ ਖੁਦਕੁਸ਼ੀਆਂ ਹੋਈਆਂ ਨੇ ਪੰਜਾਬ 'ਚ। ਤੁਹਾਨੂੰ ਕਿਸ ਤਰ੍ਹਾਂ ਦੀ ਜਦੋਂ ਸ਼ੁਰੂਆਤ ਤੁਸੀਂ ਕੀਤੀ ਇਹ ਕੁਦਰਤੀ ਖੇਤੀ ਨੂੰ ਪ੍ਰਮੋਟ ਕਰਨਾ, ਕਿਸ ਤਰ੍ਹਾਂ ਦਾ ਤੁਹਾਨੂੰ ਰਿਸਪੌਂਸ ਮਿਲਿਆ ਹੋਰ ਕਿਸਾਨਾਂ ਦਾ? ਨਹੀਂ, ਉਦੋਂ ਲੋਕੀ ਮੈਨੂੰ ਕਮਲਾ ਹੀ ਕਹਿੰਦੇ ਸੀ ਸਾਰੇ, ਠੀਕ ਹੈ ਨਾ। ਉਦੋਂ ਮੈਂ ਅਗਰ PAU ਵੀ ਗਿਆ, ਮੈਨੂੰ ਯਾਦ ਹੈ, ਮੈਂ ਨਾਮ ਨਹੀਂ ਲਵਾਂਗਾ ਉਹਨਾਂ ਪ੍ਰੋਫੈਸਰਾਂ ਦਾ, ਜਿਹਨਾਂ ਇੱਕ ਦੋਨੋਂ ਮਿਲਣ ਗਿਆ ਸੀ, ਉਹ ਕੰਨੀ ਕੱਟਦੇ ਸੀ ਮੈਨੂੰ ਮਿਲਣ ਤੋਂ। ਸਵਾਗਤ ਹੈ D5 ਚੈਨਲ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ। ਮੈਂ ਇਮਰਾਨ ਖਾਨ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲ ਸੱਚੀ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮਹਿਮਾਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਤੇ ਵੱਖ-ਵੱਖ ਮਾਮਲਿਆਂ ਤੇ ਚਰਚਾ ਕਰਦੇ ਹਾਂ। ਅੱਜ ਅਸੀਂ ਗੱਲ ਕਰਾਂਗੇ ਕੁਦਰਤੀ ਖੇਤੀ ਤੇ, ਕਿਉਂਕਿ ਕੁਦਰਤੀ ਖੇਤੀ ਦੇ ਨਾਲ-ਨਾਲ ਪ੍ਰਫੁੱਲਤ ਹੁੰਦਾ ਆ ਜਿਹੜੇ ਕਿਸਾਨ ਨੇ ਲਗਾਤਾਰ ਖੇਤੀ ਕਰ ਰਹੇ ਨੇ, ਕੈਮੀਕਲ ਵਾਲੀ ਖੇਤੀ ਕਰ ਰਹੇ ਨੇ, ਪਰ ਕੁਦਰਤੀ ਖੇਤੀ ਕਿਸ ਤਰ੍ਹਾਂ ਤੇ ਕਿੰਨੀ ਕੁ ਲਾਹੇਵੰਦ ਹੈ, ਇਸ ਮਾਮਲੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮਹਿਮਾਨ ਨੇ ਜਿਹੜੇ ਤੁਹਾਨੂੰ ਤਫਤੀਸ਼ ਦੇ ਨਾਲ ਪੂਰੀ ਜਾਣਕਾਰੀ ਦੇਣਗੇ ਕਿ ਆਖਰ ਕਿੰਨਾ ਕੁ ਇਸ ਖੇਤੀ ਦੇ ਵਿੱਚ ਅੰਤਰ ਹੈ ਤੇ ਕਿਸਾਨ ਕਿਸ ਤਰ੍ਹਾਂ ਖੁਸ਼ਹਾਲ ਜ਼ਿੰਦਗੀ ਜੀ ਸਕਦਾ। ਅੱਜ ਜਿਹੜੇ ਮਹਿਮਾਨ ਨੇ ਉਹ ਨੇ ਓਮਿੰਦਰ ਦੱਤ ਜੀ, ਜੋ ਕਿ ਆਰਗੈਨਿਕ ਖੇਤੀ ਨੂੰ ਪ੍ਰਮੋਟ ਕਰ ਰਹੇ ਨੇ ਤੇ ਖੇਤੀ ਵਿਰਾਸਤ ਮਿਸ਼ਨ ਦੇ ਫਾਊਂਡਰ ਤੇ ਐਗਜ਼ੀਕਿਊਟਿਵ ਡਾਇਰੈਕਟਰ ਨੇ। ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ। ਧੰਨਵਾਦ ਜੀ, ਧੰਨਵਾਦ। ਓਮਿੰਦਰ ਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਖੇਤੀ ਜਿਹੜੀ ਹੈ, ਤੁਸੀਂ ਕੁਦਰਤੀ ਖੇਤੀ ਨੂੰ ਪ੍ਰਮੋਟ ਕਰ ਰਹੇ ਨੇ, ਹਾਲਾਂਕਿ ਜਿਹੜੇ ਕਿਸਾਨ ਨੇ ਉਹ ਕੈਮੀਕਲ ਵਾਲੀ ਖੇਤੀ ਵੀ ਕਰ ਰਹੇ ਨੇ, ਕਿੰਨਾ ਕੁ ਦੋਨਾਂ ਦੇ ਵਿੱਚ ਫਰਕ ਹੈ ਤੇ ਕਿੰਨਾ ਕੁ ਮੁਨਾਫਾ? ਵੈਸੇ ਕਿਸਾਨ, ਜ਼ਿਆਦਾਤਰ ਕਿਸਾਨ ਕੈਮੀਕਲ ਖੇਤੀ ਹੀ ਕਰ ਰਹੇ ਨੇ, ਕੈਮੀਕਲ ਤੇ ਕਰ ਰਹੇ। ਮੁਨਾਫੇ ਦੀ ਜਿਹੜੀ ਗੱਲ ਹੈਗੀ ਨਾ, ਆਪਾਂ ਨੂੰ ਆਂਕਣਾ ਪਏਗਾ। ਮਾਮਲਾ ਮੁਨਾਫੇ ਦਾ ਨਹੀਂ ਹੈਗਾ ਜੀ, ਮੁਨਾਫੇ ਤੋਂ ਜ਼ਿਆਦਾ ਕੁਝ ਹੋਰ ਗੱਲ ਹੈਗੀ ਹੈ। ਕੈਮੀਕਲ ਖੇਤੀ ਵਾਲਾ ਜਿਹੜਾ ਕਿਸਾਨ ਹੈ ਜੀ, ਉਹ ਕਣਕ ਜਾਂ ਝੋਨਾ ਉਗਾਉਂਦਾ ਹੈ ਔਰ ਉਹ ਮੰਡੀ 'ਚ ਸੁੱਟਦਾ ਹੈ, ਔਰ ਉਹਦੀ ਸਾਰੀ ਜਿਹੜੀ ਨਿਰਭਰਤਾ ਹੈਗੀ ਹੈ ਆਗਤਾਂ ਲਈ, ਇਨਪੁਟਸ ਲਈ, ਉਹ ਬਾਜ਼ਾਰ ਤੇ ਹੈ। ਉਹ ਕੈਮੀਕਲ ਵਰਤਦਾ, ਬੀਜ ਬਾਜ਼ਾਰ ਤੋਂ ਲੈ ਕੇ ਆਉਂਦਾ, ਕੀੜੇ ਮਾਰ ਦਵਾਈਆਂ ਬਾਜ਼ਾਰੋਂ ਲੈ ਕੇ ਆਉਂਦਾ, ਨਦੀਨ ਨਾਸ਼ਕ ਬਾਜ਼ਾਰੋਂ ਲੈ ਕੇ ਆਉਂਦਾ, ਖਾਦਾਂ ਬਾਜ਼ਾਰੋਂ ਲੈ ਕੇ ਆਉਂਦਾ, ਬਾਜ਼ਾਰ ਵਾਸਤੇ ਉਗਾਉਂਦਾ ਹੈ, ਬਾਜ਼ਾਰ ਦੀ ਸਹਾਇਤਾ ਨਾਲ ਉਗਾਉਂਦਾ ਹੈ ਔਰ ਬਾਜ਼ਾਰ 'ਚ ਹੀ ਵੇਚਦਾ ਹੈ। ਔਰ ਫਿਰ ਜੇ ਉਹਨੂੰ ਆਪਣੇ ਘਰ ਦੇ ਖਾਣ ਵਾਸਤੇ ਕੁਝ ਚਾਹੀਦਾ ਹੈ ਤਾਂ ਉਹ ਫਿਰ ਬਾਜ਼ਾਰੋਂ ਹੀ ਖਰੀਦ ਕੇ ਲੈ ਕੇ ਆਉਂਦਾ ਹੈ। ਉਹ ਖੁਰਾਕ ਨਹੀਂ ਉਗਾ ਰਿਹਾ। ਕੁਦਰਤੀ ਖੇਤੀ ਵਾਲਾ ਕਿਸਾਨ ਬਾਜ਼ਾਰੋਂ ਕੁਛ ਨਹੀਂ ਲੈ ਕੇ ਆਉਂਦਾ, बीज ਉਹਦੇ ਆਪਣੇ, ਖਾਦ ਉਹਦੀ ਆਪਣੀ, कीटनाशक अगर नहीं बनाने हैं तो आप ही बनाएगा, अक तो बैकैन तो निम तो आप बनाएगा। और ਉਹਨੂੰ ਨਦੀ ਨਾਸ਼ਕਾਂ ਦੀ ਲੋੜ ਨਹੀਂ, ਉਹਦੇ ਮੈਨੂਅਲ ਤਰੀਕੇ ਨੇ, ਹੋਰ ਤਰੀਕੇ ਨਾਲ ਕਰਦਾ ਹੈਗਾ। ਉਹਦਾ ਬਾਜ਼ਾਰ ਦੇ ਨਾਲ ਰਿਸ਼ਤਾ ਜਿਹੜਾ ਹੈਗਾ ਸਿਰਫ ਵੇਚਣ ਦਾ ਹੈ, ਉਹ ਬਾਜ਼ਾਰ ਤੋਂ ਖਰੀਦਣ, ਬਾਜ਼ਾਰ ਤੇ ਨਿਰਭਰ ਨਹੀਂ ਹੈਗਾ। ਸੋ ਇਹ ਆਜ਼ਾਦੀ ਦੀ ਖੇਤੀ ਹੈ। ਇੱਕ ਕੁਦਰਤੀ ਖੇਤੀ ਵਾਲਾ ਕਿਸਾਨ ਕੈਮੀਕਲ ਖੇਤੀ ਦੇ ਕਿਸਾਨ ਦੇ ਮੁਕਾਬਲੇ ਕਈ ਲੱਖ ਰੁਪਇਆ ਜਾਂ ਕਈ ਹਜ਼ਾਰ ਰੁਪਇਆ ਨਿਰਭਰ ਕਰਦਾ ਹੈ। ਅਗਰ 1 ਕਿੱਲੇ ਦੇ ਕਵਾਂਗੇ ਤੇ 8-10 ਹਜ਼ਾਰ ਰੁਪਏ ਮਿਨੀਮਮ ਜਿਹੜਾ ਹੈਗਾ ਉਹ ਕੈਮੀਕਲ ਦਾ ਬਚਾਉਂਦਾ ਹੈ। ਪਹਿਲੀ ਗੱਲ ਤਾਂ ਹੈਗੀ ਹੈ, ਇੱਕ ਸੀਜ਼ਨ ਦੇ ਵਿੱਚ, 2 ਸੀਜ਼ਨ 'ਚ ਜ਼ਿਆਦਾ ਬਚਦਾ। ਔਰ ਫਸਲ ਤੇ ਵੀ ਨਿਰਭਰ ਕਰਦਾ ਕਿਹੜੀ ਫਸਲ ਹੈਗੀ ਹੈ, ਕੁਝ ਫਸਲਾਂ 'ਚ ਇਸ ਤੋਂ ਵੀ ਵੱਧ ਹੋਏਗਾ। ਵੱਡੀ ਗੱਲ ਕੀ ਹੈਗੀ ਕਿ ਕੁਦਰਤੀ ਖੇਤੀ ਜਿਹੜੀ ਹੈਗੀ ਹੈ ਇਹ ਪਾਣੀ ਵੀ ਬਚਾਉਂਦੀ ਹੈ, ਇਹ ਮਿੱਟੀ ਨੂੰ ਉਪਜਾਊ ਵੀ ਬਣਾਉਂਦੀ ਹੈ ਔਰ ਕਿਸਾਨ ਨੂੰ ਵੰਨ ਸੁਵੰਨੀ ਫਸਲਾਂ ਵੀ ਦਿੰਦੀ ਹੈ। ਸੋ ਇਹਦੇ 'ਚ ਜੋ ਮੁਨਾਫੇ ਦੀ ਗੱਲ ਕਰਨੀ ਹੈ ਤਾਂ ਸਾਨੂੰ ਇੱਕ ਹੋਲਿਸਟਿਕ ਪਿਕਚਰ ਧਿਆਨ 'ਚ ਰੱਖਣੀ ਪਏਗੀ। ਜੀ ਓਮਿੰਦਰ ਜੀ, ਜਾਣਨਾ ਚਾਹਾਂਗੇ ਫਿਰ ਜੇ ਇੰਨਾ ਮੁਨਾਫਾ ਮਿਲਦਾ ਕਿਸਾਨ ਨੂੰ ਤੇ ਪਾਣੀ ਵੀ ਬਚਾਉਂਦਾ, ਫਿਰ ਕਿਸਾਨ ਉਹੀ ਫਸਲੀ ਚੱਕਰ ਦੇ ਵਿੱਚ ਕਿਉਂ ਪਿਆ? ਉਸ ਤੋਂ ਬਾਹਰ ਕਿਉਂ ਨਹੀਂ ਆਉਂਦਾ? ਕੀ ਲੱਗਦਾ ਤੁਹਾਨੂੰ ਕਿ ਜਾਗਰੂਕਤਾ ਦੀ ਲੋੜ ਹੈ? ਨਹੀਂ, 2 ਗੱਲਾਂ ਨੇ। ਬਹੁਤ ਅੱਛਾ ਸਵਾਲ ਤੁਸੀਂ ਕੀਤਾ। ਪਹਿਲੀ ਗੱਲ ਤਾਂ ਇਹ ਹੈਗਾ ਕਿ ਵੀ ਪਿਛਲੇ 50 ਸਾਲ ਤੋਂ ਤੁਸੀਂ ਇੱਕ ਝੂਠ ਨੂੰ ਸੱਚ ਬੋਲ ਕੇ ਉਹਨੂੰ ਸਟੈਬਲਿਸ਼ ਕੀਤਾ ਔਰ
ਉਹਦੇ ਵਿੱਚ ਸਾਡੇ ਪੂਰੇ ਜਿਹੜੇ ਸਾਡੇ ਖੇਤੀ ਅਦਾਰੇ ਨੇ, ਸਾਡੀਆਂ ਸਰਕਾਰਾਂ ਸੀ, ਸਾਡਾ ਪਲੈਨਿੰਗ ਕਮਿਸ਼ਨ ਜਾਂ ਹੁਣ ਨੀਤੀ ਆਯੋਗ ਬਣ ਗਿਆ, ਪਲੈਨਿੰਗ ਬੋਰਡ ਹੋ ਗਿਆ, ਇਹਨਾਂ ਨੇ ਖਾਸ ਤਰ੍ਹਾਂ ਦੀ ਖੇਤੀ ਦੇ ਮਾਡਲ ਨੂੰ ਐਸਟੈਬਲਿਸ਼ ਕੀਤਾ। ਮੀਡੀਆ ਨੇ ਵੀ ਰੋਲ ਉਹਨੂੰ ਐਸਟੈਬਲਿਸ਼ ਕਰਨ 'ਚ ਲਗਾਇਆ ਸ਼ੁਰੂ ਵਿੱਚ। ਮੀਡੀਆ ਤਾਂ ਹੁਣ ਕੁਦਰਤੀ ਖੇਤੀ ਦੇ ਪੱਖ 'ਚ ਆਇਆ। ਸਰਕਾਰ ਅਗਰ ਕਿਸੇ ਨੂੰ ਅਵਾਰਡ ਦਿੰਦੀ ਸੀ ਤੇ ਉਹ ਅਵਾਰਡ ਵੀ ਕੈਮੀਕਲ ਖੇਤੀ ਵਾਲੇ ਨੂੰ ਦਿੰਦੀ ਸੀ। ਸੋ ਪੂਰਾ ਮਾਡਲ ਹੀ ਐਸਾ ਖੜਾ ਕੀਤਾ ਗਿਆ ਕਿ ਜਿਹਦੇ ਵਿੱਚ ਕੈਮੀਕਲ ਖੇਤੀ ਦੀ ਹੀ ਜੈ-ਜੈਕਾਰ ਸੀ, ਉਹਦਾ ਚੜ੍ਹਤ ਸੀ ਉਹਦੀ। ਕੁਦਰਤੀ ਖੇਤੀ ਵਾਲਾ ਅਗਰ ਕੋਈ ਕਰਦਾ ਸੀ, ਅਗਰ ਕੋਈ ਰੇਹ ਸਪਰੇ ਨਹੀਂ ਪਾਉਂਦਾ ਸੀ ਤੇ ਪਿੰਡ ਦੇ ਲੋਕੀ ਉਹਨੂੰ ਕਮਲਾ ਕਹਿੰਦੇ ਸੀ, ਉਹਨੂੰ ਬੇਵਕੂਫ ਕਹਿੰਦੇ ਸੀ ਕਿ ਘਰ ਡੁਬੋਏਗਾ। ਇਸ ਕਰਕੇ ਕੁਦਰਤੀ ਖੇਤੀ ਦੇ ਬਾਰੇ ਤਾਂ ਕਦੀ ਕੋਈ ਵਿਚਾਰ ਆਇਆ ਹੀ ਨਹੀਂ, ਜਦੋਂ ਤੱਕ ਕੈਮੀਕਲ ਖੇਤੀ ਦੇ ਨਤੀਜੇ ਵਜੋਂ ਜ਼ਹਿਰ ਇੰਨੇ ਨਹੀਂ ਫੈਲ ਗਏ ਕਿ ਪੰਜਾਬ ਦੇ ਵਿੱਚ ਕੈਂਸਰ ਫੈਲ ਗਿਆ, ਰੀਪਰੋਡਕਟਿਵ ਹੈਲਥ ਦਾ ਕ੍ਰਾਈਸਿਸ ਖੜਾ ਹੋ ਗਿਆ, ਹੋਰ ਬਿਮਾਰੀਆਂ ਆ ਗਈਆਂ, ਪੰਜਾਬ ਦਾ ਪਾਣੀ ਜ਼ਹਿਰੀਲਾ ਹੋ ਗਿਆ। ਉਦੋਂ ਤੱਕ ਕੁਦਰਤੀ ਖੇਤੀ ਦੀ ਕਿਸੇ ਨੇ ਸਾਰ ਨਹੀਂ ਲਿੱਤੀ। ਉਸ ਤੋਂ ਪਹਿਲੇ ਤਾਂ ਇਹਦਾ ਸਭ ਲੋਕ ਇਹਦਾ ਵਿਰੋਧ ਕਰਦੇ ਰਹੇ। ਸੋ ਮੈਨੂੰ ਲੱਗਦਾ ਹੈਗਾ ਕਿ ਜਾਗਰੂਕਤਾ ਦੀ ਕਮੀ ਹੈ, ਲੇਕਿਨ ਜਾਗਰੂਕਤਾ ਦੀ ਕਮੀ ਕਿਸਾਨਾਂ ਤੋਂ ਜ਼ਿਆਦਾ ਜਿਹੜੇ ਪਾਲਿਸੀ ਮੇਕਰ ਨੇ, ਜਿਨ੍ਹਾਂ ਨੇ ਸਰਕਾਰਾਂ ਚਲਾਉਣੀਆਂ ਨੇ, ਸਰਕਾਰਾਂ ਬਣਾਉਣੀਆਂ ਨੇ, ਬਿਊਰੋਕਰੇਟਸ ਨੇ, ਔਰ ਸਭ ਤੋਂ ਵੱਡੀ ਗੱਲ ਐਗਰੀਕਲਚਰ ਸਾਇੰਟਿਸਟ ਨੇ, ਜਿਹੜੇ ਜਾਗਰੂਕਤਾ ਦੀ ਕਮੀ ਉਹਨਾਂ 'ਚ ਹੈ। ਕਿਸਾਨ ਫਿਰ ਵੀ ਸਮਝਦਾ, ਦਿੱਕਤ ਉੱਥੇ ਹੈ। ਯਾਨੀ ਕਿ ਉਹੀ ਜੋ ਸਰਕਾਰਾਂ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਮੋਟਿਵ ਕਰਦੀਆਂ ਨੇ, ਸਰਕਾਰਾਂ ਉਹਨੂੰ ਬਦਲਾਅ ਦੇ ਵਿੱਚ ਯਾਨੀ ਕਿ ਰੁਝਾਨ ਉਹਨਾਂ ਦਾ ਜਿਹੜਾ ਉਸ ਪਾਸੇ ਹੀ ਲਾਉਂਦੀਆਂ ਜਿੱਥੇ ਸਰਕਾਰਾਂ ਨੂੰ ਵੀ ਫਾਇਦਾ ਹੋਵੇ। ਇਹ ਕਹਿਣਾ ਚਾਹੁੰਦੇ ਤੁਸੀਂ? ਹਾਂ, ਇਹ ਬਿਲਕੁਲ ਠੀਕ ਗੱਲ ਹੈ। ਇਸ ਕਰਕੇ ਲੱਗੀ ਹੈ ਇੱਕ ਖੇਤੀ ਦਾ ਗਲਤ ਮਾਡਲ ਜਿਹੜਾ ਹੈਗਾ ਉਹ ਆਪਾਂ ਬਿਲਡਅਪ ਕੀਤਾ, ਜਿਹੜਾ ਕੈਮੀਕਲ ਤੇ ਆਧਾਰਿਤ ਸੀ, ਮਸ਼ੀਨ ਤੇ ਆਧਾਰਿਤ ਸੀ, ਔਰ ਬਹੁਤ ਜ਼ਿਆਦਾ ਜਿਹਦੇ 'ਚ ਇੰਟੈਂਸਿਵ ਸੀ ਜੀ। ਔਰ ਉਹ ਇਸ ਕਰਕੇ ਕਿਉਂਕਿ ਤੁਸੀਂ ਫੂਡ ਸਿਕਿਉਰਿਟੀ ਦਾ ਇੱਕ ਗਲਤ ਮਾਡਲ ਕਨਸੀਵ ਕਰ ਲਿਆ। ਤੁਸੀਂ ਕਹਿਤਾ ਕਿ ਫੂਡ ਸਿਕਿਉਰਿਟੀ ਮਤਲਬ ਕਣਕ ਤੇ ਝੋਨਾ, ਢੇਰ ਸਾਰਾ ਕਣਕ ਪੈਦਾ, ਢੇਰ ਸਾਰੀ ਝੋਨਾ ਪੈਦਾ ਕਰੋ, ਉਹੀ ਫੂਡ ਸਿਕਿਉਰਿਟੀ ਹੈ। ਇਮਰਾਨ ਜੀ, ਕਿਆ ਇਕੱਲਾ ਆਪਾਂ ਕਣਕ ਤੇ ਚਾਵਲ ਖਾਂਦੇ ਹਾਂ? ਕਿ ਨਹੀਂ, ਰਸੋਈ 'ਚ ਧਿਆਨ ਦਿਓ ਤੇ ਤੁਹਾਡੀ ਰਸੋਈ 'ਚ ਘੱਟੋ ਘੱਟ 100 ਹੋਰ ਚੀਜ਼ਾਂ ਹੋਣਗੀਆਂ, ਉਹਨਾਂ ਤੋਂ ਬਿਨਾਂ ਤੁਹਾਡੀ ਰਸੋਈ 'ਚ ਖਾਣਾ ਨਹੀਂ ਬਣ ਸਕਦਾ। ਬਿਲਕੁਲ। ਸੋ ਫੂਡ ਸਿਕਿਉਰਿਟੀ ਦਾ ਇੱਕ ਬੜਾ ਹੋਲਿਸਟਿਕ ਵੈਬ ਹੈ, ਇੱਕ ਗੱਲ ਹੈ, ਡਾਇਵਰਸਿਟੀ ਹੈਗੀ ਹੈ। ਕੁਝ ਡਾਇਵਰਸਿਟੀ ਗ੍ਰੇਨਸ ਦੀ ਵੀ ਹੈਗੀ ਹੈ। ਅਸੀਂ ਇਕੱਲੀ ਕਣਕ ਖਾਣ ਲੱਗ ਪਏ। ਅਸੀਂ ਇਹ ਜਿਹੜਾ ਜਵਾਰ ਹੈ, ਬਾਜਰਾ ਹੈ, ਕੋਦਰਾ ਹੈ, ਕੰਗਣੀ ਹੈ, ਰਾਗੀ ਹੈ, ਕੁਟਕੀ ਹੈ, ਸਵਾਂਕ ਹੈ, ਹਰੀ ਕੰਗਣੀ ਹੈ, ਅਸੀਂ ਇਹ ਸਾਰੀਆਂ ਚੀਜ਼ਾਂ ਉਗਾਉਣੀਆਂ ਵੀ ਬੰਦ ਕਰਤੀਆਂ, ਖਾਣੀਆਂ ਵੀ ਬੰਦ ਕਰਤੀਆਂ। ਅਗਰ ਅੱਜ ਕਿਸੇ ਨੂੰ ਕੋਦਰਾ ਦੇ ਦਿਓ ਤੇ ਉਹਨੂੰ ਇਹ ਨਹੀਂ ਪਤਾ ਕੋਦਰਾ ਬਣੇਗਾ ਕਿਵੇਂ। ਬਿਲਕੁਲ ਠੀਕ ਹੈ ਨਾ, ਕੋਦਰਾ ਉਗਾਉਣਾ ਬੰਦ ਕਰਨਾ, ਜਦ ਕਿ ਬਾਬੇ ਨਾਨਕ ਨੇ ਕੋਦਰਾ ਖਾਧਾ ਸੀ। ਬਿਲਕੁਲ ਠੀਕ ਹੈ ਨਾ। ਔਰ ਇੰਝ ਹੀ ਇਹ ਤਾਂ ਇੱਕ ਪਾਸੇ ਹੋਇਆ, ਮਿਲਟਸ ਹੋਇਆ। ਦੂਜਾ, ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਕਦੀ ਸਰੋਂ ਲੱਗਦੀ ਸੀ, ਪੰਜਾਬ 'ਚ ਸਰੋਂ ਗਾਇਬ ਹੋ ਗਈ, ਪੰਜਾਬ 'ਚੋਂ ਮੱਕੀ ਗਾਇਬ ਹੋ ਗਈ। ਅਸੀਂ ਐਵੇਂ ਦੀ ਕਈ ਚੀਜ਼ਾਂ ਗਾਇਬ ਕਰ ਲਈਆਂ ਉਹਦੇ ਵਿੱਚੋਂ। ਦਾਲਾਂ ਗਾਇਬ ਹੋ ਗਈਆਂ, ਬਿਲਕੁਲ ਦਾਲਾਂ ਖਤਮ ਹੋ ਗਈਆਂ ਸਾਰੀਆਂ। ਸੋ ਦਲਹਨ, ਤਿਲਹਨ ਔਰ ਮਿਲਟਸ, ਮੂਲ ਅਨਾਜ, ਇਹ ਤਿੰਨ ਚੀਜ਼ਾਂ ਦੀ ਕੀਮਤ ਤੇ ਪੰਜਾਬ ਨੇ ਗ੍ਰੀਨ ਰੈਵੋਲੂਸ਼ਨ ਦੇ ਮਾਡਲ ਦੇ ਵਿੱਚ ਕਣਕ ਤੇ ਝੋਨਾ ਉਹਨੂੰ ਵਧਾਇਆ ਹੈਗਾ। ਉਮਿੰਦਰ ਜੀ, ਕੀ ਲੱਗਦਾ ਕਿ ਜਿਹੜੇ ਇਹ ਤੁਸੀਂ ਕਹਿ ਰਹੇ ਹੋ ਜਿਵੇਂ ਦਾਲਾਂ ਗਾਇਬ ਹੋ ਗਈਆਂ, ਮੱਕੀ ਗਾਇਬ ਹੋ ਗਈ, ਸਰੋਂ ਜਿਹੜੀ ਗਾਇਬ ਹੋ ਗਈ, ਕੀ ਲੱਗਦਾ ਕਿ ਕਿਸਾਨ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਸਾਨੂੰ ਇਹ ਫਸਲਾਂ ਦਾ ਮੁੱਲ ਨਹੀਂ ਸੀ ਮਿਲਦਾ, ਇਸ ਕਰਕੇ ਜਿਹੜੇ ਉਹਨਾਂ ਨੇ ਉਗਾਉਣੀਆਂ ਬੰਦ ਕਰ ਦਿੱਤੀਆਂ? ਦੇਖੋ ਜੀ, ਇੰਝ ਹੈ ਕਿ ਮੁੱਲ ਤਾਂ ਇਹਨਾਂ ਦਾ ਮਿਲਦਾ, ਇਹ ਠੀਕ ਹੈ, ਇਹ ਕਿਸਾਨ ਦੀ ਗੱਲ ਸੱਚੀ ਹੈ, ਮੈਂ ਕਿਸਾਨ ਨਾਲ ਸਹਿਮਤ ਹਾਂ। ਸਰਕਾਰਾਂ ਨੇ ਗ੍ਰੀਨ ਰੈਵੋਲੂਸ਼ਨ ਜਿਹੜੀ ਮੈਂ ਗੱਲ ਕਹੀ ਹੈ ਨਾ, ਕਿ ਤੁਸੀਂ ਫੂਡ ਸਿਕਿਉਰਿਟੀ ਦਾ ਗਲਤ ਮਾਡਲ ਖੜਾ ਕੀਤਾ। ਤੁਸੀਂ ਇਹ ਬਾਕੀ ਚੀਜ਼ਾਂ ਤੇ MSP ਵੀ ਨਹੀਂ ਦਿੱਤਾ, ਔਰ ਬਾਕੀ ਚੀਜ਼ਾਂ ਦੀ ਤੁਸੀਂ ਖਰੀਦ ਪੱਕੀ ਸੁਨਿਸ਼ਚਿਤ ਵੀ ਨਹੀਂ ਕੀਤੀ, ਯਕੀਨੀ ਨਹੀਂ ਬਣਾਈ। ਜੇ ਤੁਸੀਂ ਬਾਕੀ ਚੀਜ਼ਾਂ ਦੀ ਖਰੀਦ ਯਕੀਨੀ ਬਣਾ ਕੇ ਰੱਖਦੇ ਤਾਂ ਕਿਸਾਨ ਅੱਜ ਜਿਹੜੇ ਕ੍ਰਾਈਸਿਸ ਆ ਕੇ ਫਸ ਗਿਆ ਕਿ ਉਹ ਕਣਕ ਝੋਨੇ ਸਾਈਕਲ 'ਚ ਆ ਕੇ ਫਸ ਗਿਆ, ਪੰਜਾਬ ਦਾ ਪਾਣੀ ਮੁੱਕ ਗਿਆ, ਪੰਜਾਬ ਦਾ ਪਾਣੀ ਜ਼ਹਿਰੀਲਾ ਹੋ ਗਿਆ, ਪੰਜਾਬ ਦੀ ਖੁਰਾਕ ਜ਼ਹਿਰੀਲੀ ਹੋ ਗਈ, ਤੇ ਕਿਸਾਨ ਉਹ 'ਚ ਬਚ ਸਕਦਾ ਸੀ। ਇਹਦੇ 'ਚ ਕਿਸਾਨ ਤੋਂ ਜ਼ਿਆਦਾ ਜਿਹੜਾ ਦੋਸ਼ੀ ਅਗਰ ਕੋਈ ਹੈ, ਅਗਰ ਕਹਿਣਾ ਪਏਗਾ, ਤਾਂ ਉਹ ਸਾਡੇ ਖੇਤੀ ਅਦਾਰੇ, ਔਰ ਖੇਤੀ ਅਦਾਰਿਆਂ ਤੋਂ ਜ਼ਿਆਦਾ ਦੋਸ਼ੀ ਜਿਹੜੇ ਸਾਡੇ ਪਲੈਨਿੰਗ ਕਮਿਸ਼ਨ, ਸਾਡੇ ਜਿਹੜੇ ਨੀਤੀ ਘਾੜੇ ਸੀ, ਉਹ ਭਾਵੇਂ ਪੋਲੀਟੀਸ਼ੀਅਨ ਸੀ ਤੇ ਉਹ ਭਾਵੇਂ ਜਿਹੜੇ ਬਿਊਰੋਕਰੇਟ ਸੀ, ਇਹ ਉਹਨਾਂ ਦਾ ਦੋਸ਼ ਹੈ। ਯਾਨੀ ਕਿ ਸਿੱਧਾ ਸਰਕਾਰਾਂ ਜਿਹੜੀਆਂ ਸਰਕਾਰਾਂ ਦੋਸ਼ੀ, ਸਿੱਧੀ ਗੱਲ ਮੈਂ ਕਹਾਂਗਾ। ਕਿਸਾਨ ਨੂੰ ਤਾਂ ਤੁਸੀਂ ਭੇਜਤਾ ਨਾ ਜੀ। ਬਿਲਕੁਲ। PAU ਦੇ ਬਾਰੇ ਵੀ ਮੈਂ ਕਹਾਂਗਾ, PAU ਨੂੰ ਡਿਕਟੇਟ ਕੀਤਾ ਗਿਆ, ਆਹ ਕਰੋ ਜੀ। PAU ਦੇ ਸਾਹਮਣੇ ਅਗਰ ਵਿਜ਼ਨ ਰੱਖਿਆ ਜਾਂਦਾ, ਪੁੱਛਦੇ ਉਹਨਾਂ ਨੂੰ ਕਿ ਬਈ 30-40 ਸਾਲ ਬਾਅਦ ਕੀ ਇੰਪਲੀਕੇਸ਼ਨ ਹੋਣਗੇ, ਤਾਂ PAU ਚੰਗਾ ਸੁਝਾਅ ਦਿੰਦਾ ਉਹਨਾਂ ਨੂੰ। ਪਰ PAU ਨੂੰ ਵੀ ਪੁਸ਼ ਕਰਤਾ ਗਿਆ ਉਧਰ ਕਿ ਵੀ ਤੁਸੀਂ ਜਿਹੜਾ ਹੈਗਾ ਕਰੋ।
ਲੇਕਿਨ ਪੀਏਯੂ ਵਾਲਿਆਂ ਨੂੰ ਚਾਹੀਦਾ ਸੀ ਕਿ ਕਿਤੇ ਉਹ ਸੱਚ ਬੋਲਦੇ ਔਰ ਮਤਲਬ ਉਹ ਬਿਊਰੋਕਰੇਟਸ ਔਰ ਜਿਹੜੇ ਸਾਡੇ ਸਿਆਸਤਦਾਨ ਸੀ ਜੀ, ਸੱਤਾ ਸਰਕਾਰ ਜਿਹੜੇ ਬੈਠੇ ਸੀ, ਉਹਨਾਂ ਨੂੰ ਕਹਿੰਦੇ ਕਿ ਨਹੀਂ ਇਹ ਰਸਤਾ ਗਲਤ ਹੈ, ਸਾਨੂੰ ਮਲਟੀਪਲ ਕ੍ਰੌਪਿੰਗ ਦੇ ਸਿਸਟਮ ਵੱਲ ਜਾਣਾ ਚਾਹੀਦਾ ਹੈਗਾ, ਇਹ ਜ਼ਿਆਦਾ ਚੱਲੇਗਾ ਨਹੀਂ। ਦੇਖੋ ਅੱਜ ਪੰਜਾਬ ਦੇ ਲੋਕੀ ਕਣਕ ਜਿਹੜੀ ਹੈਗੀ ਹੈ ਮੱਧ ਪ੍ਰਦੇਸ਼ ਮੰਗਾ ਕੇ ਖਾ ਰਹੇ ਨੇ 3000 ਰੁਪਏ ਕੁਇੰਟਲ, ਠੀਕ ਹੈ। ਪੰਜਾਬ ਦੇ ਬਹੁਤ ਲੋਕ ਪੰਜਾਬ ਦਾ ਬਾਸਮਤੀ ਨਹੀਂ ਖਾਂਦੇ, ਉਹ ਉੱਤਰਾਖੰਡ ਤੋਂ ਮੰਗਾਉਂਦੇ ਨੇ ਬਾਸਮਤੀ ਜੀ। ਤੁਸੀਂ ਹੁਣ ਬਾਸਮਤੀ ਪੰਜਾਬ ਦਾ ਨਹੀਂ ਖਾਣਾ, ਕਣਕ ਪੰਜਾਬ ਦੀ ਨਹੀਂ ਖਾਣੀ, ਉਗਾ ਕੇ ਦੇ ਵਾਸਤੇ ਰਹੇ ਹੋ। ਬਿਲਕੁਲ ਇਹ ਜਿਹੜਾ ਸਾਰਾ ਕੰਟਰਾਡਿਕਸ਼ਨ ਜਿਹੜਾ ਹੈਗਾ ਇਹ ਸਮਝਣਾ ਚਾਹੀਦਾ ਸੀ। ਅਸੀਂ ਬਹੁਤ ਵੱਡੀ ਉਹਦੀ ਇਕੋਲੋਜੀਕਲ, ਹੈਲਥ ਔਰ ਸੋਸ਼ਲ ਔਰ ਇਕਨੋਮਿਕ ਕੀਮਤ ਚੁਕਾਈ ਹੈ ਪੰਜਾਬ ਨੇ। ਅੱਜ ਤਾਂ ਇਹ ਜਿਹੜੀ ਆ ਹੁਣ ਸ਼ੁਰੂ ਹੋ ਚੁੱਕਿਆ ਕੰਮ ਅਜਿਹਾ ਕਿ ਜਿਹੜੇ ਕਣਕ ਉਗਾਉਂਦੇ ਨੇ ਪੰਜਾਬ ਦੇ ਵਿੱਚ, ਪੰਜਾਬ ਦੇ ਕਿਸਾਨ ਹੀ ਹਰਿਆਣਾ ਦੇ ਵਿੱਚ ਜਾ ਕੇ ਵੇਚਣ ਲੱਗ ਪਏ ਕਿਉਂਕਿ ਉਹਨਾਂ ਨੂੰ ਕਣਕ ਤੇ ਝੋਨੇ ਦਾ ਵੀ ਸਹੀ ਮੁੱਲ ਨਹੀਂ ਮਿਲਦਾ। ਇਸ ਕਰਕੇ ਸ਼ਾਇਦ ਇਹ ਵੀ ਕਾਰਨ ਹੋ ਸਕਦੇ ਨੇ। ਨਹੀਂ, ਕਣਕ ਝੋਨੇ ਦਾ ਹਾਂ ਇਹ ਵੀ ਗੱਲ ਹੈਗੀ ਹੈ, ਕਣਕ ਝੋਨੇ ਦਾ ਮੁੱਲ ਤਾਂ ਉਹ ਇੱਕ ਅਪ ਡਾਊਨ ਹੁੰਦਾ ਹੋਏਗਾ, ਪਰ ਮੈਨੂੰ ਲੱਗਦਾ ਕਿ ਜ਼ਿਆਦਾ ਵੱਡਾ ਜਿਹੜਾ ਸਰੋਕਾਰ ਹੈਗਾ ਕਿ ਪੰਜਾਬ ਦੇ ਇਹ ਜਿਹੜਾ ਕਣਕ ਝੋਨੇ ਦਾ ਪੂਰਾ ਜਿਹੜਾ ਸਿਸਟਮ ਬਣਿਆ, ਉਹਨੇ ਪੰਜਾਬ ਦੇ ਕਿਸਾਨਾਂ ਨੂੰ ਮੋਨੋਕ੍ਰੋਪਿੰਗ ਦੋ ਹੀ ਫਸਲਾਂ ਵੱਲ ਧੱਕ ਦਿੱਤਾ ਔਰ ਉਹਦਾ ਅਸਰ ਪੰਜਾਬ ਤੇ ਜ਼ਿਆਦਾ ਵੱਡਾ ਪਿਆ ਹੈ, ਮੈਂ ਕਹਾਂਗਾ। ਤੇ ਇਸ ਦੇ ਲਈ ਜਿਹੜੀ ਜ਼ਮੀਨ ਹੁੰਦੀ ਹੈ ਕੁਦਰਤੀ ਖੇਤੀ ਦੇ ਲਈ, ਜਿਹੜੀ ਤੁਸੀਂ ਕਹਿ ਰਹੇ ਹੋ, ਗੱਲ ਕਰ ਰਹੇ ਹੋ, ਜ਼ਮੀਨ ਤੇ ਵੀ ਨਿਰਭਰ ਹੁੰਦਾ ਹੈ ਕਿ ਸਾਡੀ ਜਿਹੜੀ ਫਸਲ ਅਸੀਂ ਇੱਥੇ ਕੁਦਰਤੀ ਖੇਤੀ ਕਰ ਸਕਦੇ ਹਾਂ ਇਸ ਦੇ ਵਿੱਚ, ਜਾਂ ਫਿਰ ਇਸ ਦੇ ਵਿੱਚ ਝੋਨਾ ਹੀ ਉਗਾ ਸਕਦੇ ਹਾਂ ਜਾਂ ਕਣਕ ਉਗਾ ਸਕਦੇ ਹਾਂ। ਪੰਜਾਬ ਦੀ ਜ਼ਮੀਨ ਤਾਂ ਬਹੁਤ ਵਧੀਆ, ਪੰਜਾਬ ਦੀ ਜ਼ਮੀਨ ਤਾਂ 35-40 ਫਸਲਾਂ ਸਾਰੀਆਂ ਉਗ ਸਕਦੀਆਂ ਨੇ, ਕੋਈ ਦਿੱਕਤ ਹੀ ਨਹੀਂ ਹੈਗੀ। ਉਲਟਾ ਮਾਲਵੇ ਦੀ ਜ਼ਮੀਨ ਝੋਨੇ ਲਈ ਠੀਕ ਨਹੀਂ ਹੈਗੀ ਸੀ। ਆਪਾਂ ਧੱਕੇ ਨਾਲ ਇਹ ਜਿਹੜਾ ਮਤਲਬ ਸੰਗਰੂਰ ਦਾ ਬੜਾ ਏਰੀਆ, ਮਾਨਸਾ, ਬਠਿੰਡਾ, ਮੁਕਤਸਰ, ਫਰੀਦਕੋਟ, ਅਬੋਹਰ, ਫਾਜ਼ਿਲਕਾ, ਇਹ ਕੋਈ ਝੋਨੇ ਦਾ ਏਰੀਆ ਹੀ ਨਹੀਂ ਸੀ ਸਰ। ਆਪਾਂ ਧੱਕੇ ਨਾਲ ਝੋਨਾ ਲਾਤਾ ਇੱਥੇ, ਤੇ ਇਹ ਏਰੀਆ ਤਾਂ ਜਿਹੜਾ ਬਿਰਾਨੀ ਫਸਲਾਂ ਦਾ ਸੀ, ਉਹ ਅਸੀਂ ਗਲਤੀ ਕੀਤੀ ਉਹਦੇ ਵਿੱਚ ਅੱਗੇ। ਤੇ ਪੰਜਾਬ ਦੀ ਜ਼ਮੀਨ 'ਚ ਕੋਈ ਦਿੱਕਤ ਨਹੀਂ। ਪੰਜਾਬ ਨੂੰ ਅਗਰ ਬਚਾਉਣਾ ਹੈ ਤਾਂ ਪੰਜਾਬ ਦੇ ਕਿਸਾਨ ਨੂੰ ਅਗਰ ਖੁਸ਼ਹਾਲ ਬਣਾਉਣਾ ਹੈ ਸੱਚੀ ਮੁੱਚੀ 'ਚ, ਤਾਂ ਪੰਜਾਬ ਦੀ ਖੇਤੀ ਦਾ ਮਾਡਲ ਬਦਲਣਾ ਪਏਗਾ। ਔਰ ਖੇਤੀ ਦਾ ਮਾਡਲ ਪੰਜਾਬ ਦਾ ਤਾਂ ਬਦਲੇਗਾ ਜੇ ਦੇਸ਼ ਦੀ ਖੁਰਾਕ ਸੁਰੱਖਿਆ ਦਾ, ਫੂਡ ਸਿਕਿਉਰਿਟੀ ਦਾ ਮਾਡਲ ਬਦਲੇਗਾ। ਇਸ ਕਰਕੇ ਕਈ ਕੰਮ ਸੈਂਟਰਲ ਗਵਰਨਮੈਂਟ ਦੇ ਹੱਥ ਨੇ, ਕਈ ਗਵਰਨਮੈਂਟ ਪੰਜਾਬ ਗਵਰਨਮੈਂਟ ਦੇ ਹੱਥ ਨੇ, ਇਹ ਮਿਲ ਕੇ ਪੰਜਾਬ ਨੂੰ ਬਚਾਉਣ ਵਾਸਤੇ ਕਰਨਾ ਪਏਗਾ। ਔਰ ਖਿਆਲ ਰੱਖਿਆ ਜਾਏ ਇਮਰਾਨ ਜੀ, ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ 'ਚ ਉੱਥੇ ਕਿਸਾਨਾਂ ਦੀ ਖੁਦਕੁਸ਼ੀ ਹੋਈ ਹੈ ਜਿੱਥੇ ਜ਼ਿਆਦਾ ਕੈਮੀਕਲ ਵਰਤੇ ਜਾਂਦੇ ਨੇ ਜਾਂ ਜ਼ਿਆਦਾ ਇੰਟੈਂਸਿਵ ਐਗਰੀਕਲਚਰ ਹੈ। ਪੰਜਾਬ ਦੇ ਜਿਹੜੇ ਇਹ ਮਾਲਵੇ ਦੇ ਦੱਖਣ ਪੰਜਾਬ ਦੇ ਜ਼ਿਲ੍ਹੇ, ਸੰਗਰੂਰ ਜ਼ਿਲ੍ਹਾ ਹੈ, ਮਾਨਸਾ ਹੈ, ਬਠਿੰਡਾ ਹੈ, ਮੁਕਤਸਰ ਹੈ, ਫਰੀਦਕੋਟ ਹੈ, ਬਰਨਾਲਾ ਹੈ, ਸਭ ਤੋਂ ਜ਼ਿਆਦਾ ਕਿਸਾਨਾਂ ਦੀ ਖੁਦਕੁਸ਼ੀਆਂ ਉਸ ਏਰੀਏ 'ਚ ਨੇ। ਤੁਸੀਂ ਕਾਰਨ ਕੀ ਮੰਨਦੇ ਹੋ ਖੁਦਕੁਸ਼ੀਆਂ ਨੂੰ? ਖੁਦਕੁਸ਼ੀਆਂ ਦਾ ਕਾਰਨ ਖੇਤੀ ਦਾ ਗਲਤ ਮਾਡਲ, ਉਹ ਕਿਸਾਨਾਂ ਦੀ ਐਸਪੀਰੇਸ਼ਨ ਵੀ ਗਲਤ ਦਿਸ਼ਾ 'ਚ ਲੈ ਕੇ ਜਾਂਦਾ, ਉਹਨਾਂ ਨੂੰ ਸਾਈਕੋਲੋਜੀਕਲੀ ਵੀ ਕਮਜ਼ੋਰ ਕਰਦਾ ਹੈਗਾ, ਭਾਵਨਾਤਮਕ ਤੌਰ ਤੇ ਕਮਜ਼ੋਰ ਕਰਦਾ ਹੈ। ਤੁਸੀਂ ਇਹ ਨਹੀਂ ਮੰਨਦੇ ਕਿ ਜਿਹੜੀ ਸਰਕਾਰਾਂ ਨੇ ਵਾਅਦੇ ਕੀਤੇ ਸੀ ਸ਼ਾਇਦ ਉਹ ਵਾਅਦਿਆਂ ਤੇ ਖਰਾ ਨਹੀਂ ਉਤਰੀਆਂ ਸਰਕਾਰਾਂ, ਜਿਸ ਕਰਕੇ ਅੱਜ ਇੰਨੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ? ਸਰਕਾਰਾਂ ਨੂੰ ਵੀ ਦੋਸ਼ ਦਿੰਦੇ ਹੋ? ਸਰਕਾਰਾਂ ਦਾ ਪੂਰਾ ਦੋਸ਼ ਹੈ, ਮਾਡਲ ਤਾਂ ਸਰਕਾਰਾਂ ਨੇ ਦਿੱਤਾ, ਦੋਸ਼ ਤਾਂ ਸਰਕਾਰਾਂ ਦਾ ਹੀ ਹੈ। ਪਰ ਇਹ ਮਾਡਲ ਦੇ ਵਿੱਚੋਂ ਇਹ ਚੀਜ਼ ਮੈਂ ਕਹਾਂਗਾ ਕਿ ਇਸ ਕਰਕੇ ਕਿ ਮਾਡਲ ਗਲਤ ਸੀ। ਇਹ ਮਾਡਲ ਕਿਸਾਨ ਵਿਰੋਧੀ ਸੀ, ਕੁਦਰਤ ਵਿਰੋਧੀ ਸੀ, ਔਰ ਕਿਸਾਨ ਨੂੰ ਬਾਜ਼ਾਰ ਤੇ ਨਿਰਭਰ ਰਹਿਣਾ ਪੈਂਦਾ ਸੀ। ਕਿਸਾਨ ਨੂੰ ਜਿਹੜਾ ਸਨਮਾਨਜਨਕ ਪੈਸਾ ਨਹੀਂ ਮਿਲਦਾ ਸੀ ਉਹਦੇ ਵਿੱਚੋਂ, ਔਰ ਲਗਾਤਾਰ ਉਹਨੇ ਇਸ ਮਾਡਲ ਦਾ ਵੀ ਕੀਤਾ ਕਿ ਜ਼ਮੀਨ ਦੇ ਥੱਲੋਂ ਪਾਣੀ ਕੱਢ ਲਿਆ ਸਾਰਾ। ਤੇ ਪੰਜਾਬ 'ਚ ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਉਹਨਾਂ ਨੇ ਵੀ ਕੀਤੀ ਹੈ ਕਿ ਜਿਨ੍ਹਾਂ ਦਾ ਟਿਊਬਵੈਲ ਫੇਲ ਹੋ ਗਿਆ ਤਾਂ ਖੁਦਕੁਸ਼ੀ ਕੀਤੀ ਹੈ, ਠੀਕ ਹੈ ਨਾ। ਇੱਕ ਟਿਊਬਵੈਲ ਫੇਲ ਹੋਇਆ, ਉਹਨੇ ਕਰਜ਼ਾ ਲੈ ਕੇ ਟਿਊਬਵੈਲ ਲਗਾਇਆ, ਦੂਜਾ ਟਿਊਬਵੈਲ ਵੀ 2 ਸਾਲ 'ਚ ਜਵਾਬ ਦੇ ਗਿਆ, ਪਾਣੀ ਹੋਰ ਥੱਲੇ ਚਲਾ ਗਿਆ, ਉਹਦੇ ਕਰਕੇ ਵੀ ਖੁਦਕੁਸ਼ੀਆਂ ਹੋਈਆਂ ਨੇ ਪੰਜਾਬ 'ਚ। ਔਰ ਪੰਜਾਬ ਦੇ ਜਿਹੜੇ ਪਹਿਲੇ 3 ਪਿੰਡ ਜਿਨ੍ਹਾਂ ਨੇ ਆਪਣਾ ਦਿਵਾਲੀਆ ਘੋਸ਼ਿਤ ਕੀਤਾ, ਪਿੰਡ ਬਿਕਾਊ ਹੈ, ਇਹ ਅਨਾਉਂਸ ਹੋਇਆ, ਇਹ ਸਨ 2002 ਦੀ ਗੱਲ ਹੈ। ਪਿੰਡ ਹਰਕਿਸ਼ਨਪੁਰਾ, ਜ਼ਿਲ੍ਹਾ ਬਠਿੰਡਾ, ਉਹਨੇ ਕਿਹਾ ਪਿੰਡ ਬਿਕਾਊ ਹੈ, ਕਰਜ਼ਈ ਹੈ, ਦਿਵਾਲੀਆ ਹੈ, ਦਿਵਾਲੀਆ ਘੋਸ਼ਿਤ ਕਰਤਾ ਪੂਰੇ ਪਿੰਡ ਨੂੰ, ਪਾਣੀ ਦੇ ਕਰਕੇ ਸੀ। ਪਿੰਡ ਮਲ ਸਿੰਘ ਵਾਲਾ, ਜ਼ਿਲ੍ਹਾ ਮਾਨਸਾ, 2005 ਵਿੱਚ ਦਿਵਾਲੀਆ ਘੋਸ਼ਿਤ ਹੋਇਆ, ਸੰਕਟ ਪਾਣੀ ਦਾ ਸੀ। ਇਹ ਤੁਹਾਡੇ ਬਿਲਕੁਲ ਨੇੜੇ ਪਟਿਆਲੇ ਦਾ ਪਿੰਡ ਮੁੱਲਾਂਪੁਰ, ਠੀਕ ਹੈ ਨਾ, ਉਹ ਦਿਵਾਲੀਆ ਕਿਉਂ ਘੋਸ਼ਿਤ ਕੀਤਾ ਉਹਨਾਂ ਨੇ? ਪਾਣੀ ਦਾ 1000 ਫੁੱਟ ਤੇ ਪਾਣੀ ਸੀ। ਸੋ ਪੰਜਾਬ ਦੇ ਵਿੱਚ ਬਾਅਦ ਫਾਜ਼ਿਲਕਾ ਦੇ ਕੁਝ ਪਿੰਡਾਂ ਨੇ ਵੀ ਅਨਾਉਂਸ ਕੀਤਾ। ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਤਾਂ ਬੜਾ ਵੱਡਾ ਸੰਕਟ ਸੀ ਨਾ, ਔਰ ਤੁਸੀਂ ਉਹ ਗਲਤ ਮਾਡਲ ਦੇ ਕਰਕੇ ਕੱਢ ਲਿਆ ਪਾਣੀ ਜ਼ਮੀਨ 'ਚੋਂ। ਪੰਜਾਬ 'ਚ 1971 ਦੇ ਵਿੱਚ ਲਗਭਗ 1,90,000 ਦੇ ਆਸ-ਪਾਸ ਟਿਊਬਵੈਲ ਸੀ, ਅੱਜ ਪੰਜਾਬ 'ਚ 15 ਲੱਖ ਟਿਊਬਵੈਲ ਨੇ ਸਰ। ਬਿਲਕੁਲ।
ਉਮਿੰਦਰ ਜੀ, ਤੁਸੀਂ ਜਿਹੜੇ ਆ ਪਹਿਲੇ ਸ਼ਖਸ ਹੋ ਤੁਸੀਂ ਜਿਹੜੇ ਕੁਦਰਤੀ ਖੇਤੀ ਨੂੰ ਪ੍ਰਮੋਟ ਕਰ ਰਹੇ ਹੋ। ਤੁਹਾਨੂੰ ਕਿਸ ਤਰ੍ਹਾਂ ਦੀ ਜਦੋਂ ਸ਼ੁਰੂਆਤ ਤੁਸੀਂ ਕੀਤੀ ਇਹ ਕੁਦਰਤੀ ਖੇਤੀ ਨੂੰ ਪ੍ਰਮੋਟ ਕਰਨਾ, ਕਿਸ ਤਰ੍ਹਾਂ ਦਾ ਤੁਹਾਨੂੰ ਰਿਸਪੌਂਸ ਮਿਲਿਆ ਹੋਰ ਕਿਸਾਨਾਂ ਦਾ? ਨਹੀਂ, ਸ਼ੁਰੂਆਤ ਕੀਤੀ ਸੀ ਜਦੋਂ ਮੈਂ ਪਹਿਲੀ ਵਾਰੀ ਕੁਦਰਤੀ ਖੇਤੀ ਦੀ ਗੱਲ ਕੀਤੀ ਸੀ, 1996 ਚ ਮੀਟਿੰਗਾਂ ਕੀਤੀਆਂ ਸੀ ਮੈਂ 1996 ਚ। ਉਦੋਂ ਲੋਕੀ ਮੈਨੂੰ ਕਮਲਾ ਹੀ ਕਹਿੰਦੇ ਸੀ ਸਾਰੇ, ਠੀਕ ਹੈ ਨਾ। ਉਦੋਂ ਮੈਂ ਅਗਰ PAU ਵੀ ਗਿਆ, ਮੈਨੂੰ ਯਾਦ ਹੈ, ਮੈਂ ਨਾਮ ਨਹੀਂ ਲਵਾਂਗਾ ਉਹਨਾਂ ਪ੍ਰੋਫੈਸਰਾਂ ਦਾ, ਜਿਹਨਾਂ ਇੱਕ ਦੋ ਨੂੰ ਮਿਲਣ ਗਿਆ ਸੀ, ਉਹ ਕੰਨੀ ਕੱਟਦੇ ਸੀ ਮੈਨੂੰ ਮਿਲਣ ਤੋਂ ਕਿ ਬਈ ਉਹ ਆ ਗਿਆ ਤੇ ਉਹ ਮਤਲਬ ਕੰਨੀ ਕੱਟਦੇ ਸੀ ਕਿ ਮੈਂ ਬਿਜ਼ੀ ਹਾਂ, ਬਾਅਦ ਚ ਆਉਣਾ, ਬਾਹਰ ਬੈਠਣਾ ਉਹ ਤੇ ਜੇ ਉੱਥੇ ਕੋਈ ਦੂਜਾ ਮਿਲਣ ਆ ਗਿਆ, ਅੱਛਾ ਇਹ ਉਮਿੰਦਰ ਦੱਤ ਹੈਗਾ, ਤੇ ਉਹ ਐਵੇਂ ਦੀ ਹੱਸੀ ਹੱਸਦੇ ਸੀ, ਤਾਂ ਪਤਾ ਨਾ ਮਜ਼ਾਕ ਉਡਾ ਰਹੇ ਨੇ, ਠੀਕ ਹੈ ਨਾ। ਲੋਕੀ ਮੰਨਦੇ ਸੀ ਸਾਰੇ ਦਾ, ਕੋਈ ਗੱਲ ਨਹੀਂ ਹੈਗੀ। ਉਦੋਂ ਮੇਰੇ ਭਾਸ਼ਣਾਂ ਦੇ ਦੌਰਾਨ ਲੋਕੀ ਅੱਗੋਂ ਵੀ ਖੜੇ ਹੋ ਗਏ ਕਿ ਤੂੰ ਇੱਕ ਨਵੇਂ ਢੰਗ ਦਾ ਅੱਤਵਾਦ ਲੈ ਕੇ ਆਇਆ ਪੰਜਾਬ 'ਚ, ਇਹ ਮੈਨੂੰ ਸ਼ਬਦ ਸੁਣਿਆ ਤੇ ਯੂ ਆਰ ਬ੍ਰਿੰਗਿੰਗ एनवायरमेंटल टेररिज्म, ਇਹ ਲੋਕਾਂ ਨੇ ਮੈਨੂੰ ਸ਼ਬਦ ਕਹੇ। ਮੈਂ ਕਿਹਾ ਚਲੋ ਠੀਕ ਹੈ ਭਾਈ। ਲੋਕਾਂ ਨੇ ਕਿਹਾ ਕਿ ਤੂੰ ਅਮਰੀਕਾ ਦੇ ਏਜੰਟ ਹੈ, ਕਿਉਂ ਭਾਈ? ਤੁਸੀਂ ਦੇਸ਼ ਦੀ ਫੂਡ ਸਿਕਿਉਰਿਟੀ ਖਤਮ ਕਰਨਾ ਚਾਹੁੰਦੇ ਹੋ, ਪੰਜਾਬ ਦੀ ਫੂਡ ਸਿਕਿਉਰਿਟੀ ਖਤਮ ਚਾਹੁੰਦੇ ਹੋ, ਤੈਨੂੰ ਅਮਰੀਕਾ ਪੈਸੇ ਦਿੰਦਾ ਹੋਏਗਾ। ਐਵੇਂ ਦੀ ਬੜੀ ਚੀਜ਼ਾਂ ਹੋਈਆਂ। ਕਦੇ ਨਿਰਾਸ਼ਤਾ ਨਹੀਂ ਹੋਈ? ਨਿਰਾਸ਼ਤਾ ਨਹੀਂ ਹੋਈ। ਮੈਨੂੰ ਲੱਗਦਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਇੰਨਾ ਨਸ਼ਾ ਚੜਾਤਾ ਗਿਆ ਹੈ, ਸਮਝ ਨਹੀਂ ਆ ਰਿਹਾ। ਮੈਂ ਕਹਿੰਦਾ ਸੀ ਯਾਰ, ਆਪਾਂ ਨੂੰ ਅੱਖਾਂ ਤੇ ਪੱਟੀ ਬੰਨ ਕੇ ਬਿਲਕੁਲ ਮੌਤ ਦੇ ਖੂਹ ਵੱਲ ਧਕੇਲਤਾ ਗਿਆ। ਅਸੀਂ ਚਾਹੀ ਜਾਂਦੇ ਹਾਂ ਔਰ ਆਪ ਨਹੀਂ ਜਾ ਰਹੇ, ਆਪਣੀਆਂ ਆਉਣ ਵਾਲੀਆਂ ਨਸਲਾਂ ਲੈ ਕੇ ਜਾ ਰਹੇ ਹਾਂ। ਦੇਖੋ ਭਾਈ, ਪੰਜਾਬੀਆਂ ਦੇ ਖੂਨ 'ਚ ਕੋਈ 20 ਤਰ੍ਹਾਂ ਦਾ ਪੈਸਟੀਸਾਈਡ ਦੌੜ ਰਿਹਾ, ਠੀਕ ਹੈ। ਮਾਂ ਦੀ ਛਾਤੀ ਦੇ ਦੁੱਧ 'ਚ, ਬ੍ਰੈਸਟ ਮਿਲਕ 'ਚ ਪੈਸਟੀਸਾਈਡ ਹੈ, ਨਾੜੂ 'ਚ ਪੈਸਟੀਸਾਈਡ ਹੈ। ਪੰਜਾਬੀਆਂ ਦਾ ਜਿਹੜਾ ਸ਼ੁਕਰਾਣੂਆਂ ਦੀ ਗਿਣਤੀ ਘਟ ਗਈ, ਬੱਚੇ ਜੰਮਣੋਂ ਬਿੰਗੇ ਟੇਢੇ ਪੈਣਾ ਸ਼ੁਰੂ ਹੋ ਗਏ। ਕੈਂਸਰ ਕਿੱਥੇ ਪੰਜਾਬ 'ਚ ਹੁੰਦਾ ਸੀ ਪਹਿਲੇ? ਔਰ ਤੁਸੀਂ ਇਹ ਜਿਹੜਾ ਹੈਗਾ ਮੋਹਨ ਦੇਈ ਓਸਵਾਲ ਕੈਂਸਰ ਹਸਪਤਾਲ ਸੀ ਇਕੱਲਾ ਲੁਧਿਆਣੇ ਉਦੋਂ, ਜਾਂ PGI ਦਾ ਕੈਂਸਰ ਵਾਰਡ ਸੀ, ਅੱਜ ਪੰਜਾਬ 'ਚ 20 ਕੈਂਸਰ ਦੇ ਹਸਪਤਾਲ ਨੇ। ਬਿਲਕੁਲ। ਸੋ ਇਹ ਪੰਜਾਬ ਨੂੰ ਉਧਰ ਧਕੇਲੇਗਾ। ਸੋ ਨਿਰਾਸ਼ਾ ਦੀ ਗੱਲ ਨਹੀਂ ਸੀ, ਲੋਕੀ ਵਿਰੋਧ ਬਹੁਤ ਕਰਦੇ ਰਹੇ ਔਰ ਮੈਨੂੰ ਲੇਕਿਨ ਲੋਕਾਂ ਨੇ ਇਹ ਵੀ ਫੋਨ ਕੀਤੇ, ਲਾ ਕੇ ਮਿਲੇ, ਸਪੈਸ਼ਲੀ ਵੱਡੇ ਵੱਡੇ ਲੋਕ, ਕਿ ਤੂੰ ਪੰਜਾਬ ਦੇ ਲਈ ਹਾਂ ਦਾ ਨਾਰਾ ਮਾਰਿਆ, ਠੀਕ ਹੈ ਨਾ, ਤੇਰੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਮੈਨੂੰ ਇਹ ਵੀ ਲੋਕਾਂ ਨੇ ਖੜਾ ਕਰਕੇ ਮੇਰੇ ਲਈ ਐਵੇਂ ਦੇ ਸੀਨ ਵੀ ਹੋਏ ਨੇ ਕਿ ਮੇਰੇ ਲਈ ਅਰਦਾਸ ਕੀਤੀ ਗਈ ਕਿ ਉਮਿੰਦਰ ਦੀ ਚੜ੍ਹਦੀ ਕਲਾ ਰਹੇ, ਕਿ ਇਹਨੇ ਪੰਜਾਬ ਲਈ ਹਾਂ ਦਾ ਨਾਰਾ ਮਾਰਿਆ। ਇਹ ਵੀ ਹੋਇਆ ਮੇਰੇ ਨਾਲ। ਸੋ ਦੋਨੋਂ ਗੱਲਾਂ ਸੀ। ਯਾਨੀ ਕਿ 1996 ਦੇ ਵਿੱਚ ਕਮਲਾ ਕਿਹਾ ਜਾਂਦਾ ਸੀ, ਬਾਅਦ ਦੇ ਵਿੱਚ ਤੁਹਾਨੂੰ ਸਗੋਂ ਸ਼ਾਬਾਸ਼ੀ ਮਿਲਣ ਲੱਗੀ ਹੈ। ਔਰ ਕੁਝ ਲੋਕਾਂ ਦਾ ਵਿਰੋਧ ਇਸ ਕਰਕੇ ਸੀ, ਪੈਸਟੀਸਾਈਡ ਕੰਪਨੀਆਂ ਦਾ ਵਿਰੋਧ ਮੇਰੇ ਨਾਲ ਕਰਕੇ ਸੀ ਕਿ ਮੈਂ ਪੈਸਟੀਸਾਈਡ ਦਾ ਵਿਰੋਧ ਕਰਦਾ ਸੀ, ਤਾਂ ਕਿ ਉਹਨਾਂ ਦੀ ਜਿਹੜੀ ਮਾਰਕੀਟ ਦੇ ਵਿੱਚ ਸੀ, ਉਹਨਾਂ ਨੇ ਮੇਰੇ ਤੇ ਕੇਸ ਵੀ ਕੀਤੇ ਕਿ ਤੇਰੇ ਭਾਸ਼ਣਾਂ ਦੇ ਕਰਕੇ, ਤੇਰੇ ਲੇਖਾਂ ਦੇ ਕਰਕੇ ਸਾਡੀ ਵਿਕਰੀ ਘਟੀ ਹੈ ਤੇ ਤੂੰ ਸਾਨੂੰ ਉਹ ਹਰਜਾਨਾ ਦੇ। ਮੇਰੇ ਤੇ ਕੇਸ ਵੀ ਕੀਤਾ ਉਹਨਾਂ ਨੇ। ਇਹ ਵੀ ਸਭ ਨਾਟਕ ਚੱਲਦੇ ਰਹੇ ਇਹਦੇ ਵਿੱਚ ਤੇ, ਲੇਕਿਨ ਬਹੁਤ ਲੋਕ ਜੁੜਦੇ ਰਹੇ। ਔਰ ਮੈਂ ਕਹਾਂਗਾ ਈਵਨ ਐਗਰੀਕਲਚਰ ਯੂਨੀਵਰਸਿਟੀ 'ਚੋਂ ਬਹੁਤ ਲੋਕ, ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਟਿਸਟ ਦੇ ਨਾਤੇ ਨਹੀਂ, ਪਰ ਐਜ਼ ਅ ਪਰਸਨ ਬਹੁਤ ਲੋਕ ਮੇਰੇ ਨਾਲ ਸਹਿਮਤ ਸੀ, ਮੈਨੂੰ ਵਿਅਕਤੀਗਤ ਮਿਲਦੇ ਸੀ ਔਰ ਕਹਿੰਦੇ ਸੀ ਤੂੰ ਠੀਕ ਕਹਿ ਰਿਹਾ ਔਰ ਤੂੰ PNU ਜਗਾ ਰਿਹਾ। ਮਤਲਬ ਮੈਂ ਨਾਮ ਨਹੀਂ ਲੈ ਸਕਦਾ, ਦੋ ਤਿੰਨ ਬਹੁਤ ਸੀਨੀਅਰ ਜਿਹੜੇ ਪੋਸਟਾਂ ਤੋਂ ਰਿਟਾਇਰ ਹੋਏ ਬੰਦੇ, ਉਹ ਐਸੇ ਡਾਕਟਰ ਜਿਨ੍ਹਾਂ ਨੇ ਕਿਹਾ ਕਿ ਤੂੰ PNU ਨੂੰ ਜਗਾਤਾ, ਤੇਰੇ ਕਰਕੇ ਹੋਇਆ ਕੰਮ ਬਦਲਾਵ, ਉੱਥੇ ਵਧਾਈ ਦਾ ਪਾਤਰ ਹੈ ਤੂੰ। ਪਰ ਜਿਨ੍ਹਾਂ ਵਿਰੋਧ ਨੂੰ ਗਾਲਾਂ ਗੋਲਾਂ ਪੈਂਦੀਆਂ, ਗਾਲਾਂ ਹਾਲ ਹੈ, ਪੰਜਾਬ ਵੱਜੇਗਾ, ਕੋਈ ਦਿੱਕਤ ਨਹੀਂ ਹੈਗੀ। ਸੋ ਕੋਈ ਦਿੱਕਤ ਨਹੀਂ ਹੈਗੀ। ਉਮਿੰਦਰ ਜੀ, ਅੱਜ ਜੇ ਆਪਾਂ ਗੱਲ ਕਰੀਏ ਕਿਸਾਨਾਂ ਦੀ, ਤਾਂ ਕਿੰਨੇ ਕੁ ਪ੍ਰਤੀਸ਼ਤ ਜਿਹੜੇ ਲੋਕ ਨੇ, ਕਿਸਾਨ ਨੇ, ਜਿਹੜੇ ਇਹ ਕੁਦਰਤੀ ਖੇਤੀ ਦਾ ਜਿਹੜਾ ਕਿੱਤਾ ਅਪਣਾ ਰਹੇ ਨੇ? ਦੇਖੋ ਜੀ, ਅਗਰ ਮੈਂ ਕਹਾਂ ਤਾਂ ਬਹੁਤ ਵੱਡੀ ਗਿਣਤੀ 'ਚ ਕਿਸਾਨ ਅੱਜ ਕੁਦਰਤੀ ਖੇਤੀ ਅਪਣਾ ਰਹੇ ਨੇ ਔਰ ਪੰਜਾਬ 'ਚ ਬਹੁਤ ਹੁਣ ਖੇਤੀ ਵਿਰਾਸਤ ਮਿਸ਼ਨ ਤੋਂ ਇਲਾਵਾ ਹੋਰ ਵੀ ਕਈ ਸੰਸਥਾਵਾਂ ਖੜੀਆਂ ਹੋ ਗਈਆਂ ਨੇ, ਕਈ ਮਾਹਿਰ ਨੇ ਜਿਹੜੇ ਕੁਦਰਤੀ ਖੇਤੀ ਦਾ ਪ੍ਰਚਾਰ ਕਰ ਰਹੇ ਨੇ। ਹੁਣ ਪੰਜਾਬ ਦਾ ਮੈਂ ਕਹਾਂਗਾ ਹਰ ਪਿੰਡ ਦੇ ਵਿੱਚ ਕੋਈ 2-2, 4-4, 5-5 ਕਿਸਾਨ ਕੁਦਰਤੀ ਖੇਤੀ ਕਰ ਰਹੇ ਨੇ। ਕੋਈ ਸਿਰਫ ਆਪਣੇ ਪਰਿਵਾਰ ਦੇ ਲਈ ਕਰ ਰਿਹਾ, 1 ਕਿੱਲਾ ਜ਼ਮੀਨ ਕਰੇਗਾ, ਕਣਕ ਚੌਲ ਸਮਾਨ ਦੀ ਗੰਨਾ ਲਗਾਏਗਾ ਜਾਂ ਕੁਝ ਹੋਰ ਚੀਜ਼ਾਂ ਲਗਾਏਗਾ, ਸਬਜ਼ੀਆਂ ਲਗਾਏਗਾ। ਤੇ ਕੋਈ ਹੋ ਸਕਦਾ 2, 4, 5, 10 ਕਿੱਲੇ ਕਰੇ ਮਾਰਕੀਟ ਵਾਸਤੇ, ਕੋਈ 100 ਕਿੱਲੇ ਵਾਲਾ ਵੀ ਹੈਗਾ, ਠੀਕ ਹੈ ਨਾ। ਤੇ ਇਹ ਹੁਣ ਸ਼ੁਰੂ ਹੋ ਗਿਆ। ਇਹਦੇ ਵਿੱਚ ਸਰਕਾਰਾਂ ਦੇ ਵੱਲੋਂ ਕਿੰਨੀ ਕੁ ਮਦਦ ਮਿਲਦੀ ਹੈ ਕੁਦਰਤੀ ਖੇਤੀ ਜੇ ਆਪਾਂ ਕਰੀਏ? ਦੇਖੋ, ਭਾਰਤ ਸਰਕਾਰ ਦੀ ਮਦਦ ਪਹਿਲੇ ਤਾਂ ਕੋਈ ਨਹੀਂ ਮਿਲੀ ਹੈ। ਪਿਛਲੀ ਸਰਕਾਰ, ਮੋਦੀ ਸਰਕਾਰ ਆਈ ਤੇ ਇਹਨੇ ਕੁਝ ਯੋਜਨਾਵਾਂ ਆਰਗੈਨਿਕ ਫਾਰਮਿੰਗ ਲਈ ਡਿਕਲੇਅਰ ਕੀਤੀਆਂ ਸੀ, ਪਰ ਉਹ ਜ਼ਮੀਨ ਤੇ ਉਤਰੀਆਂ ਨਹੀਂ। ਉੱਤੇ ਅਨਾਉਂਸ ਹੋ ਗਿਆ, ਉੱਤੇ ਪੈਸਾ ਆ ਗਿਆ, ਉਹ ਕਿਸਾਨ ਤੱਕ ਨਹੀਂ ਪਹੁੰਚਿਆ। ਪਹਿਲੀ ਗੱਲ ਤੇ ਕਹਿ ਗਈ ਹੈ। ਹੁਣ ਉਹਦੇ ਮੈਂ ਇਤਿਹਾਸ 'ਚ ਨਹੀਂ ਜਾਣਾ ਚਾਹਾਂਗਾ, ਐਵੇਂ ਕੜਵਾਹਟ ਫੈਲਦੀ ਹੈ। ਉਹਦੇ 'ਚ ਖੇਤੀ ਅਦਾਰਿਆਂ ਦਾ ਬੜਾ ਗਲਤ ਰੋਲ ਸੀ। ਉਹਨਾਂ ਨੂੰ ਲੱਗਦਾ ਸੀ ਕਿ ਜੇ ਕਿਸਾਨ ਨੂੰ ਡਾਇਰੈਕਟ ਇਹਨਾਂ ਪੈਸਾ ਮਿਲਣ ਲੱਗ ਪਿਆ ਕੁਦਰਤੀ ਖੇਤੀ ਲਈ, ਤੇ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦਾ ਕੀ ਹੋਏਗਾ? ਇਹਨਾਂ ਨੂੰ ਡਰ ਸੀ, ਪਹਿਲੀ ਗਲਤੀ ਕਿਹਾ ਹੈ। ਦੂਜਾ, ਪੰਜਾਬ ਸਰਕਾਰ ਨੇ ਇਹਨੂੰ ਜਿਸ ਤਰੀਕੇ ਨਾਲ ਲੈਣਾ ਚਾਹੀਦਾ ਸੀ, ਲਿੱਤਾ ਨਹੀਂ ਆ। ਕੈਪਟਨ ਸਾਹਿਬ ਦੀ ਪਿਛਲੀ ਸਰਕਾਰ ਦੇ ਵੇਲੇ
ਪੰਜਾਬ ਐਗਰੋ ਦੇ ਵਿੱਚ ਆਰਗੈਨਿਕ ਫਾਰਮਿੰਗ ਕਾਉਂਸਲ ਬਣਾਈ ਗਈ ਸੀ। ਉਹ ਹੁਣ ਕੁਛ ਉਹਦਾ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਮੈਂ ਨਹੀਂ ਜਾਵਾਂਗਾ, ਪਰ ਉਹ ਕਾਮਯਾਬ ਨਹੀਂ ਹੋਈ। ਸਰਕਾਰ ਨੂੰ ਜਿਸ ਢੰਗ ਨਾਲ ਕਰਨਾ ਚਾਹੀਦਾ ਸੀ ਉਸ ਢੰਗ ਨਾਲ ਨਹੀਂ ਕੀਤਾ ਗਿਆ। ਦੇਖੋ ਇਹਦੇ 'ਚ ਇੱਕ ਪੋਲੀਟੀਕਲ ਵਿਲ ਔਰ ਇੱਕ ਵਿਜ਼ਨ ਚਾਹੀਦਾ, ਔਰ PIU ਨੂੰ ਤੇ ਜਦ ਦਬਾਅ ਹੈ ਕਿ ਤੂੰ ਸਾਰੇ ਦੇਸ਼ ਲਈ ਅਨਾਜ ਉਗਾਉਣਾ ਹੈ, ਉਹਨੂੰ ਕਹੋ ਵੀ ਤੂੰ ਉਸ ਦਬਾਅ ਤੋਂ ਮੁਕਤ, ਤੂੰ ਪੰਜਾਬ ਨੂੰ ਬਚਾਉਣਾ, ਉਹਦੀ ਗੱਲ ਕਰ। ਪਹਿਲੇ PIU ਨੂੰ ਪੰਜਾਬ ਆਰਗੈਨਿਕ ਐਗਰੀਕਲਚਰ ਯੂਨੀਵਰਸਿਟੀ ਬਣਾਓ, ਠੀਕ ਹੈ ਨਾ। ਜਦੋਂ ਉਹ ਬਣੇਗੀ ਫਿਰ ਚੀਜ਼ਾਂ ਬਦਲਣਗੀਆਂ, ਔਰ ਇਹ ਜੇ ਲੰਬਾ ਰਸਤਾ ਹੈ, ਸਮਾਜ ਨੂੰ ਦਬਾਅ ਬਣਾਉਣਾ ਪਏਗਾ, ਔਰ ਸਮਾਜ ਜਦ ਤੱਕ ਨਹੀਂ ਮੰਗੇਗਾ, ਪੋਲੀਟੀਸ਼ੀਅਨ ਔਰ ਬਿਊਰੋਕ੍ਰੇਸੀ ਸਾਡੇ ਗਵਰਨੈਂਸ ਦੇ ਵਿੱਚ ਆਰਗੈਨਿਕ ਫਾਰਮਿੰਗ ਗਵਰਨੈਂਸ ਹਿੱਸਾ ਨਹੀਂ ਬਣਦਾ, ਇਹ ਗਵਰਨੈਂਸ ਦੇ ਏਜੰਡੇ 'ਚ ਨਹੀਂ ਆਉਂਦਾ, ਤਦ ਤੱਕ ਗੱਡੀ ਨਹੀਂ ਚੱਲਣੀ। ਮਹਿੰਦਰ ਜੀ, ਕਿਸਾਨਾਂ ਦੀ ਗੱਲ ਚੱਲ ਰਹੀ ਆ, ਤਾਂ ਕਿਵੇਂ ਆਪਾਂ ਭੁੱਲ ਸਕਦੇ ਹੋ ਕਿਸਾਨਾਂ ਨੂੰ ਜਿਹੜੇ ਲਗਾਤਾਰ 100 ਦਿਨ ਤੋਂ ਵੱਧ ਜਿਹੜੇ ਉੱਥੇ ਬੈਠੇ ਨੇ ਦਿੱਲੀ ਦੇ ਗੁਰੂਆਂ ਤੇ। ਤੁਸੀਂ ਵੀ ਉੱਥੇ ਜਾ ਕੇ ਆਏ ਹੋ, ਤੁਸੀਂ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਬਾਰਡਰ ਤੇ ਵੀ ਗਏ ਸੀ, ਕੀ ਸਮਝਿਆ? ਮੈਂ ਤਾਂ ਜੀ ਬਹੁਤ ਉਸ ਅੰਦੋਲਨ ਨਾਲ ਪ੍ਰਭਾਵਿਤ ਹਾਂ। ਮੈਨੂੰ ਤਾਂ ਲੱਗਦਾ ਕਿ ਇਹ ਕਿਸਾਨਾਂ ਨੂੰ ਜਗਾਇਆ ਹੈ, ਔਰ ਜਿਸ ਕੁਦਰਤੀ ਖੇਤੀ ਦੀ ਅਸੀਂ ਗੱਲ ਕਰਦੇ ਸੀ, ਖੇਤੀ ਦੇ ਮਾਡਲ ਨੂੰ ਬਦਲਣ ਦੀ ਗੱਲ ਕਰਦੇ ਸੀ, ਹੁਣ ਉਹਦਾ ਵੇਲਾ ਆ ਗਿਆ। ਇਸ ਤੋਂ ਅਗਲਾ ਕਦਮ ਉਹੀ ਹੋਏਗਾ। ਇਹ ਬਿੱਲ ਤਾਂ ਸ਼ਾਇਦ ਬਹਾਨਾ ਸੀ ਜਿਹਦੇ ਕਰਕੇ ਕਿਸਾਨ ਜਾਗ ਗਿਆ, ਕਿਸਾਨ ਸੰਗਠਿਤ ਹੋ ਗਿਆ। ਇਸ ਤੋਂ ਬਾਅਦ ਤਾਂ ਹੁਣ ਖੇਤੀ ਦਾ ਮਾਡਲ ਔਰ ਖੇਤੀ ਦੇ ਮਾਡਲ ਦੇ ਨਾਲ ਖੁਰਾਕ ਦਾ ਮਾਡਲ ਉਹ ਬਦਲਣ ਦੀ ਗੱਲ ਹੈ, ਜਾਂ ਵਿਕਾਸ ਦਾ ਮਾਡਲ ਹੀ ਪੂਰਾ ਉਹਦੀ ਗੱਲ ਆਏਗੀ। ਔਰ ਮੈਂ ਦੇਖਣਾ ਸਮਝਦਾ ਹਾਂ ਕਿ ਕੇਂਦਰ ਸਰਕਾਰ ਨੂੰ ਇਹ ਬਿੱਲ ਇਸ ਤਰੀਕੇ ਨਾਲ ਨਹੀਂ ਲੈ ਕੇ ਆਉਣੀ ਚਾਹੀਦੀ ਸੀ। ਇਹ ਫੈਡਰਲ ਢਾਂਚਾ ਜਿਹੜਾ ਹੈਗਾ, ਸੰਘਾਤਮਕ ਜਿਹੜਾ ਹੈਗਾ, ਕਿਉਂਕਿ ਖੇਤੀ ਸੂਬਿਆਂ ਦਾ ਮੁੱਦਾ ਹੈਗਾ। ਕੇਂਦਰ ਸਰਕਾਰ ਨੂੰ ਅਗਰ ਕੋਈ ਕਾਨੂੰਨ ਬਣਾਉਣਾ ਸੀ ਤਾਂ ਸੂਬਿਆਂ ਦੀ ਰਾਏ ਨਾਲ ਬਣਾਉਂਦੇ, ਸੂਬਿਆਂ ਦੀ ਸਹਿਮਤੀ ਨਾਲ ਬਣਾਉਂਦੇ, ਉਹਨਾਂ ਨੂੰ ਵਿਸ਼ਵਾਸ 'ਚ ਲੈ ਕੇ ਬਣਾਉਂਦੇ, ਔਰ ਇੱਕ ਥੋੜਾ ਲੰਬੀ ਪ੍ਰਕਿਰਿਆ ਚਲਾਉਂਦੇ ਜਿਹਦੇ ਵਿੱਚ ਸਭ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ। ਹੁਣ ਮੈਨੂੰ ਲੱਗਦਾ ਕਿ ਐਗਰੀਕਲਚਰ ਤੇ ਕੋਈ ਵੀ ਜਿਹੜਾ ਕਾਨੂੰਨ ਹੈ ਉਹ ਸੈਂਟਰਲ ਗਵਰਨਮੈਂਟ ਨੂੰ ਨਹੀਂ ਬਣਾਉਣਾ ਚਾਹੀਦਾ। ਬਣਾਉਣਾ ਅਗਰ ਹੈ ਤਾਂ ਉਹ ਕੋਈ ਇੱਕ ਸਿਸਟਮ ਖੜਾ ਕ੍ਰੀਏਟ ਕਰਨਾ ਚਾਹੀਦਾ ਜਿਹਦੇ 'ਚ ਫੈਡਰਲਿਜ਼ਮ ਜਿਹੜਾ ਹੈਗਾ ਉਹ ਸਿੱਧਾ ਪ੍ਰਲਕਸ਼ਿਤ ਹੋਵੇ। ਕਿਉਂਕਿ ਕਿਸਾਨ ਖੁਦ ਹੀ ਕਹਿ ਰਹੇ ਨੇ ਕਿ ਸਾਨੂੰ ਇਹ ਮਨਜ਼ੂਰ ਹੀ ਨਹੀਂ ਹੈ, ਤਾਂ ਫਿਰ ਜ਼ਬਰਦਸਤੀ ਕਿਉਂ ਥੋਪੇ ਜਾ ਰਹੇ ਨੇ? ਨਹੀਂ ਕਰਨਾ ਚਾਹੀਦਾ ਸੀ ਉਹਦੇ ਵਿੱਚ। ਲੇਕਿਨ ਇਹ ਜ਼ਰੂਰ ਹੈ ਕਿ ਇਹ ਖੇਤੀ ਦਾ ਮਾਡਲ ਜਿਹੜਾ ਹੈਗਾ ਚੱਲ ਰਿਹਾ ਸੀ, ਜਿਹਦੇ ਕਰਕੇ 4 ਲੱਖ ਕਿਸਾਨ ਮਰੇ ਸੀ, ਸਾਨੂੰ ਉਹ ਖੇਤੀ ਦਾ ਮਾਡਲ ਤਾਂ ਬਦਲਣਾ ਪਏਗਾ। ਬਿਲਕੁਲ। ਕੇਂਦਰ ਸਰਕਾਰ ਅਗਰ ਕਹਿੰਦੀ ਹੈ ਕਿ ਉਹ ਅਸੀਂ ਉਹ ਜੇ ਸੁਧਾਰ ਕਰਨ ਲਈ ਬਿੱਲ ਲੈ ਕੇ ਆਏ ਹਾਂ, ਤਾਂ ਉਹ ਗਲਤ ਗੱਲ ਹੈ। ਉਹ ਖੇਤੀ ਦਾ ਮਾਡਲ ਨਹੀਂ ਬਦਲੇਗਾ। ਕੇਂਦਰ ਸਰਕਾਰ ਦਾ ਕੁਝ ਪੈਚ ਵਰਕ ਕਰ ਰਹੀ ਸੀ। ਉਸ ਪੂਰੇ ਪੈਰਾਡਾਈਮ ਨੂੰ ਜਿਹਨੂੰ ਕਹਿੰਦੇ ਆ, ਪੈਰਾਡਾਈਮ ਸ਼ਿਫਟ ਜਿਹਨੂੰ ਕਹਿੰਦੇ ਆ, ਉਸ ਪੈਰਾਡਾਈਮ ਸ਼ਿਫਟ ਲਈ ਅਗਰ ਕੇਂਦਰ ਸਰਕਾਰ ਪਹਿਲ ਕਰਦੀ ਤਾਂ ਸ਼ਾਇਦ ਸੂਬਾ ਸਰਕਾਰਾਂ ਤੇ ਕਿਸਾਨ ਵੀ, ਔਰ ਮੈਂ ਕਿੰਨੇ ਅੰਦੋਲਨਕਾਰੀ ਨੂੰ ਜਾਣਦਾ ਜਿਹੜੇ ਉੱਥੇ ਬੈਠੇ ਨੇ ਨਾ, ਸਿੰਘੂ ਬਾਰਡਰ ਤੇ ਟਿਕਰੀ ਦੇ ਬੈਠੇ ਨੇ, ਕਿੰਨੇ ਲੋਕ ਉਹਨਾਂ ਦੇ ਨਾਲ ਤੁਰਦੇ। ਅਗਰ ਸਰਕਾਰ ਪੈਰਾਡਾਈਮ ਸ਼ਿਫਟ ਟੂਵਰਡਸ ਇਕੋਲੋਜੀਕਲ ਐਗਰੀਕਲਚਰ ਕਰਦੀ, ਐਸੀ ਖੇਤੀ ਦੇ ਬਾਰੇ ਮਾਡਲ ਦੇ ਬਾਰੇ ਸਰਕਾਰ ਬਦਲ ਕਰਦੀ ਜਿਹੜਾ ਖੇਤੀ ਦਾ ਬਦਲ ਕਿਸਾਨ ਹਿਤੈਸ਼ੀ ਹੈ, ਕਿਸਾਨ ਨੂੰ ਬਚਾਵੇ, ਮਿੱਟੀ ਨੂੰ ਬਚਾਵੇ, ਹਵਾ ਨੂੰ ਬਚਾਵੇ, ਖੁਰਾਕ ਨੂੰ ਜ਼ਹਿਰ ਮੁਕਤ ਕਰੇ। ਬਹੁਤ ਲੋਕ ਨਾਲ ਤੁਰਦੇ, ਲੇਕਿਨ ਇਹ ਨਹੀਂ ਹੈਗਾ ਸੀ ਉਹਦੇ ਵਿੱਚ। ਸੋ ਪੈਚ ਵਰਕ ਸੀ ਇਹਦੇ ਵਿੱਚ, ਇਹਦੇ ਕਰਕੇ ਸਮੱਸਿਆ ਜ਼ਿਆਦਾ ਆਈ ਹੈ। ਮਹਿੰਦਰ ਜੀ, ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਕਿਸਾਨ ਜਿਹੜੇ ਨੇ ਪਹਿਲਾਂ ਤੋਂ ਹੀ ਖੁਦਕੁਸ਼ੀਆਂ ਕਰਦੇ ਆ ਰਹੇ ਸੀ, ਪਰ ਹੁਣ ਜੇਕਰ ਕਾਨੂੰਨ ਰੱਦ ਵੀ ਹੋ ਜਾਂਦੇ ਨੇ ਤਾਂ ਕਿਸਾਨ ਕਿਸ ਤਰ੍ਹਾਂ ਆਪਣੀ ਖੁਸ਼ਹਾਲ ਜ਼ਿੰਦਗੀ ਜੀ ਸਕਦਾ? ਨਹੀਂ, ਇਹ ਬਿੱਲ ਅਗਰ ਕੱਲ ਨੂੰ ਰੱਦ ਹੋ ਜਾਣ ਤੇ ਬੈਕ ਟੂ ਉਹ ਕਿਆ ਸਕੁਅਰ ਵਾਲਾ ਮਾਮਲਾ ਹੀ ਹੈਗਾ, ਉੱਥੇ ਵਾਪਸ ਪਹੁੰਚ ਜਾਵਾਂਗੇ ਆਪਾਂ। ਇਹਦੇ ਲਈ ਖੇਤੀ ਦਾ ਮਾਡਲ ਬਦਲਣ ਦੀ ਲੜਾਈ ਸ਼ੁਰੂ ਕਰਨੀ ਪਏਗੀ। ਕਿਸਾਨ ਬਾਜ਼ਾਰ ਤੋਂ ਜ਼ਹਿਰ ਨਹੀਂ ਖਰੀਦੇਗਾ, ਜ਼ਹਿਰ ਨਹੀਂ ਉਗਾਏਗਾ, ਜ਼ਹਿਰ ਨਹੀਂ ਖਾਏਗਾ, ਜ਼ਹਿਰ ਨਹੀਂ ਖਵਾਏਗਾ। ਕਿਸਾਨ ਖੁਸ਼ਹਾਲ ਜ਼ਿੰਦਗੀ ਜੀ ਸਕਦਾ। ਉਹਦੇ ਲਈ ਸਮਾਜ ਨੂੰ ਅੱਗੇ ਆਉਣਾ ਪਏਗਾ। ਕਿਸਾਨ ਕੁਦਰਤੀ ਖੇਤੀ ਦਾ ਅੰਨ ਉਗਾਵੇ, ਸਮਾਜ ਉਸ ਕਿਸਾਨ ਦੀ ਬਾਂਹ ਫੜੇ। ਪਹਿਲੀ ਗੱਲ, ਸਰਕਾਰ ਨੂੰ ਇੱਥੇ ਇੰਟਰਵੀਨ ਕਰਨਾ ਚਾਹੀਦਾ। ਸਰਕਾਰ ਇੱਥੇ ਪੈਸਾ ਲਗਾਵੇ ਨਾ। ਸਰਕਾਰ ਇੰਨੇ ਕੈਂਸਰ ਹਸਪਤਾਲ ਖੋਲ੍ਹਤੇ ਪੰਜਾਬ 'ਚ, ਠੀਕ ਹੈ ਨਾ ਜੀ, ਇੰਨੇ ਕੈਂਸਰ ਹਸਪਤਾਲ ਖੋਲ੍ਹਣ ਦੀ ਬਜਾਏ ਉਹ ਭਾਈ ਜਿਹਦੇ ਕਰਕੇ ਕੈਂਸਰ ਹੁੰਦਾ ਉਹਨੂੰ ਉਹਦੀ ਜੜ ਨੂੰ ਰੋਕੋ ਨਾ। ਸੀ ਉੱਥੇ ਤਾਂ ਅਸੀਂ ਹੱਥ ਨਹੀਂ ਪਾਉਂਦੇ ਪਏ। ਪਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਜਾਗਰੂਕ ਹੋਣਾ ਪੈਣਾ, ਕਿਉਂਕਿ ਕਿਸਾਨ ਇੱਕ ਆਪਣੇ ਲਈ, ਆਪਣੇ ਮੁਨਾਫੇ ਦੇ ਲਈ ਉਗਾ ਰਹੇ ਨੇ, ਪਰ ਲੋਕਾਂ ਲਈ ਤਾਂ ਨੁਕਸਾਨ ਹੈ। ਤਿੰਨਾਂ ਨੂੰ ਜਾਗਣਾ ਪਏਗਾ, ਤਿੰਨਾਂ ਨੂੰ ਬਦਲਣਾ ਪਏਗਾ। ਕਿਸਾਨ ਨੂੰ, ਸਮਾਜ ਜਿਹੜਾ ਖਪਤਕਾਰ ਹੈ, ਖਪਤਕਾਰ ਨੂੰ, ਔਰ ਸਰਕਾਰਾਂ ਨੂੰ। ਔਰ ਜਦੋਂ ਮੈਂ ਸਰਕਾਰ ਕਹਿਣਾ, ਉਹ ਇਕੱਲੀ MLA MP ਨਹੀਂ, ਜਿਹੜੀ ਬਿਊਰੋਕ੍ਰੇਸੀ ਹੈਗੀ ਹੈ, IAS ਅਫਸਰ ਜਿਹੜੇ ਹੈਗੇ ਨੇ ਉਹ, ਜਾਂ PIU ਹੈਗੀ ਹੈ, ICAR ਹੈਗਾ ਉਹ, ਐਗਰੀਕਲਚਰ ਸਾਇੰਟਿਸਟ ਵੀ, ਉਹਨਾਂ ਨੂੰ ਵੀ ਬਦਲਣਾ ਪਏਗਾ। ਤਿੰਨਾਂ ਨੂੰ ਬਦਲਣਾ ਪਏਗਾ ਤਾਂ ਚੀਜ਼ਾਂ ਬਦਲੇਗੀ। ਜੀ, ਜਾਂਦੇ ਦਰਸ਼ਕਾਂ ਨੂੰ ਕੋਈ ਸੰਦੇਸ਼? ਮੈਂ ਕਹਾਂਗਾ ਕਿ ਖੇਤੀ ਵਿਰਾਸਤ ਮਿਸ਼ਨ ਵੱਲੋਂ 26, 27, 28 ਮਾਰਚ ਸ਼ੁੱਕਰ, ਸ਼ਨੀ ਤੇ ਐਤ, ਇਹ 3 ਦਿਨ ਦਾ ਇੱਕ ਕੁਦਰਤ ਉਤਸਵ ਹੋ ਰਿਹਾ ਬਠਿੰਡੇ ਦੇ ਵਿੱਚ।
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਕੈਂਪਸ 'ਚ ਹੋ ਰਿਹਾ, ਜਿਹਦੇ 'ਚ ਕੁਦਰਤੀ ਖੇਤੀ ਦੀ ਗੱਲ ਹੋਏਗੀ, ਕੁਦਰਤੀ ਸਿਹਤ ਦੀ ਗੱਲ ਹੋਏਗੀ ਔਰ ਕੁਦਰਤੀ ਖੁਰਾਕ ਦੀ ਗੱਲ ਹੋਏਗੀ, ਹੋਲਿਸਟਿਕ ਐਗਰੀਕਲਚਰ, ਹੋਲਿਸਟਿਕ ਫੂਡ, ਹੋਲਿਸਟਿਕ ਹੈਲਥ ਜੀ। ਔਰ ਉੱਥੇ ਕੁਦਰਤੀ ਖੇਤੀ ਦੀ ਟ੍ਰੇਨਿੰਗ ਦਿੱਤੀਆਂ ਜਾਣਗੀਆਂ, ਕਿਚਨ ਗਾਰਡਨ ਦੀ ਟ੍ਰੇਨਿੰਗ ਹੋਏਗੀ, ਰੂਫਟੌਪ ਗਾਰਡਨ ਦੀ ਟ੍ਰੇਨਿੰਗ ਹੋਏਗੀ, ਮਸ਼ਰੂਮ ਉਗਾਉਣਾ, ਖੁੰਬਾਂ ਉਗਾਉਣੀਆਂ ਉਹਦੀ ਟ੍ਰੇਨਿੰਗ ਹੋਏਗੀ, ਮਿਲਟਸ ਕਿਵੇਂ ਬਣਾਉਣੇ ਆ ਉਹਦੀ ਟ੍ਰੇਨਿੰਗ ਹੋਏਗੀ। ਡਾਕਟਰ ਖਾਦਰ ਵਲੀ ਆ ਰਹੇ ਆ ਉੱਥੋਂ ਮੈਸੂਰ ਤੋਂ, ਕੀ ਕਹਿੰਦੇ ਸਾਡੇ ਨਰਿੰਦਰ ਮਹਿਰੋਤਰਾ ਜੀ ਆ ਰਹੇ ਨੇ ਲਖਨਊ ਤੋਂ, ਅਤੁਲ ਸ਼ਾਹ ਆ ਰਹੇ ਨੇ ਬੰਬਈ ਤੋਂ। ਬਿਨਾਂ ਦਵਾਈਆਂ ਤੋਂ ਸਿਹਤ ਵੱਲ ਔਰ ਕਿਹੜੀ ਖੁਰਾਕ ਉਗਾਉਣੀ ਜਿਹੜੀ ਜ਼ਹਿਰ ਮੁਕਤ ਹੋਵੇ, ਇਹਦੀ 3 ਦਿਨ ਦਾ ਇਹਦਾ ਹੀ ਚਿੰਤਨ ਹੈ, ਇਹਦਾ ਹੀ ਮਨਨ ਹੈ, ਇਹਦੀ ਹੀ ਟ੍ਰੇਨਿੰਗ ਹੈ, ਇਹਦੀ ਐਗਜ਼ੀਬਿਸ਼ਨ ਹੈ, ਇਹਦਾ ਹੀ ਉਤਸਵ ਹੈ ਉੱਥੇ ਪੂਰੇ ਦਾ ਪੂਰਾ। ਤੇ ਕੁਦਰਤ ਉਤਸਵ ਦੇ ਵਿੱਚ 26 ਤਰੀਕ ਦਿਨ ਸ਼ੁੱਕਰਵਾਰ ਤੋਂ ਐਤਵਾਰ 28 ਤਰੀਕ ਤੱਕ ਇਹ ਬਠਿੰਡਾ 'ਚ ਰਹੇਗਾ। ਸਾਰੇ ਆਉਣ ਔਰ ਉੱਥੇ ਅਸੀਂ ਜਿਹੜੀ ਬਿਮਾਰੀਆਂ ਦੇ ਇਲਾਜ ਦੀ ਗੱਲ ਕਰਾਂਗੇ ਬਿਨਾਂ ਦਵਾਈਆਂ ਤੋਂ। ਤੇ ਇਹਦਾ ਸੱਦਾ ਮੈਂ ਦੇਣਾ ਚਾਹੁੰਦਾ। ਬਠਿੰਡੇ ਦੇ ਵਿੱਚ ਜਾਂ ਬਠਿੰਡੇ ਦੇ ਬਿਲਕੁਲ ਬਠਿੰਡੇ ਦੇ ਨਾਲ ਹੀ ਹੈ ਜੀ। ਪੰਜਾਬ ਦੀ ਇੱਕ ਪੰਜਾਬ ਸਰਕਾਰ ਦੀ ਯੂਨੀਵਰਸਿਟੀ ਹੈ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਾਦਲ ਰੋਡ ਤੇ ਹੈਗੀ ਬਠਿੰਡੇ 'ਚ ਜੀ। ਉੱਥੇ ਸਭ ਦਾ ਸਵਾਗਤ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ D5 ਚੈਨਲ ਦਾ ਮੈਨੂੰ ਮੌਕਾ ਦਿੱਤਾ। ਔਰ ਮੈਂ D5 ਚੈਨਲ ਨੂੰ ਵੀ ਬੇਨਤੀ ਕਰਾਂਗਾ ਉਹ ਵੀ ਕੁਦਰਤ ਉਤਸਵ ਦਾ ਹਿੱਸਾ ਬਣੇ ਜੀ। ਸੋ ਇਹ ਸੀ ਓਮਿੰਦਰ ਦੱਤ ਜੀ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨ ਆਪਣੀ ਖੁਸ਼ਹਾਲ ਜ਼ਿੰਦਗੀ ਜਿਹੜੀ ਆ ਜੀ ਸਕਦਾ, ਪਰ ਉਹਨਾਂ ਨੂੰ ਖੇਤੀ ਦਾ ਜਿਹੜਾ ਮਾਡਲ ਬਦਲਣਾ ਪਵੇਗਾ, ਕਿਉਂਕਿ ਕਿਸਾਨ ਜਿਹੜੇ ਲਗਾਤਾਰ ਖੇਤੀ ਉਗਾ ਰਹੇ ਨੇ, ਰਵਾਇਤੀ ਖੇਤੀ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚ ਪਏ ਹੋਏ ਨੇ, ਤੇ ਉਹ ਖੇਤੀਆਂ ਜਿਹੜੀਆਂ ਬੜੀਆਂ ਨੁਕਸਾਨਦਾਇਕ ਖੇਤੀ ਹੁੰਦੀ ਆ, ਕਿਉਂਕਿ ਉਹਨਾਂ ਦੇ ਵਿੱਚ ਖਾਦਾਂ ਪੈਂਦੀਆਂ ਨੇ, ਕੈਮੀਕਲ ਹੁੰਦੇ ਨੇ, ਜੋ ਸਾਡੇ ਲਈ ਵੀ ਆਮ ਸਮਾਜ ਦੇ ਲਈ ਵੀ ਜ਼ਹਿਰ ਉਗਲਦਾ। ਇਸ ਕਰਕੇ ਉਸ ਫਸਲੀ ਚੱਕਰ ਚੋਂ ਨਿਕਲ ਕੇ ਕੁਦਰਤੀ ਖੇਤੀ ਦਾ ਧੰਦਾ ਅਪਣਾਉਣ ਦੀ ਲੋੜ ਹੈ, ਤਾਂ ਜੋ ਕਿਸਾਨ ਜਿਹੜਾ ਆ ਖੁਦਕੁਸ਼ੀਆਂ ਤੋਂ ਬਚ ਸਕੇ ਤੇ ਆਪਣੀ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕੇ। ਅਗਲੇ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।